ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਐਤਵਾਰ ਵਾਲੇ ਦਿਨ ਆਪਾਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਅਤੇ ਜੋ ਉਸ ਦੇ ਸਿਰਲੇਖ ਹਨ ਉਹਨਾਂ ਉੱਤੇ ਵਿਚਾਰ ਕਰ ਰਹੇ ਹਾਂ, ਯਾਨੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਗੁਰਬਾਣੀ ਦੇ ਸਿਰਲੇਖਾਂ ਵਿੱਚੋਂ ਜੋ ਆਨੰਦ ਸਿਰਲੇਖ ਰਾਮਕਲੀ ਰਾਗ ਵਿੱਚ ਜੋ ਦਰਜ ਹੈ ਉਸ ਨੂੰ ਸਮਝ ਰਹੇ ਹਾਂ। ਪਿਛਲੀ ਕਥਾ ਵਿੱਚ ਆਪਾਂ ਦੋ ਨੁਕਤੇ ਸਮਝੇ ਸਨ। ਆਨੰਦ ਕੀ ਹੈ ਤੇ ਆਨੰਦ ਪ੍ਰਾਪਤੀ ਦਾ ਸਾਧਨ ਕੀ ਹੈ। ਇਹ ਦੋ ਗੱਲਾਂ, ਦੋ ਵਿਚਾਰਾਂ ਆਪਾਂ ਸਮਝੀਆਂ ਸਨ। ਇਹ ਸਮਝਿਆ ਸੀ ਕਿ ਆਨੰਦ ਇੱਕ ਉੱਚੀ ਆਤਮਿਕ ਅਵਸਥਾ ਦਾ ਨਾਂ ਹੈ। ਇਹ ਸਾਡੇ ਸਰੀਰ ਅਤੇ ਮਨ ਦੇ ਸੁੱਖਾਂ ਤੋਂ ਪਰੇ ਦੀ ਗੱਲ ਹੈ। ਇਸ ਆਨੰਦ ਦਾ ਸੰਬੰਧ ਸਾਡੀ ਆਤਮਾ ਦੇ ਨਾਲ ਹੈ। ਇਸੇ ਲਈ ਇਸ ਨੂੰ ਆਤਮਿਕ ਅਵਸਥਾ ਦਾ ਆਨੰਦ ਆਖਦੇ ਨੇ। ਫਿਰ ਅਸੀਂ ਸਮਝਿਆ ਸੀ ਕਿ ਇਸ ਦੀ ਪ੍ਰਾਪਤੀ ਦਾ ਜੋ ਸਾਧਨ ਹੈ ਉਹ ਦੋ ਚੀਜ਼ਾਂ ਆਪਾਂ ਸਮਝੀਆਂ ਸਨ। ਇੱਕ ਸੀ ਗੁਰੂ ਤੇ ਦੂਸਰਾ ਸੀ ਗੁਰੂ ਦੀ ਸਥਾਪਿਤ ਕੀਤੀ ਹੋਈ ਸਾਧ ਸੰਗਤ। ਜਦੋਂ ਕੋਈ ਮਨੁੱਖ ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਰਦਾ ਹੈ ਉਦੋਂ ਉਸ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਉਸ ਆਨੰਦ ਦੀ ਪ੍ਰਾਪਤੀ ਲਈ ਸਿੱਖ ਨੂੰ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ ਤੇ ਮਿਹਨਤ ਦਾ ਕਦੀ ਅਹੰਕਾਰ ਨਹੀਂ ਕਰਨਾ। ਜਦੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਵੇ ਉਦੋਂ ਉਸ ਦੀ ਇਹ ਰਹਿਮਤ ਸਮਝਣਾ, ਯਾਨੀ ਆਪਣੀ ਮਿਹਨਤ ਨੂੰ ਪਰੇ ਹਟਾ ਦੇਣਾ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਸਮਝਣਾ ਕਿ ਮੇਰੀ ਤੁੱਛ ਜਿਹੀ ਮਿਹਨਤ ਵੇਖ ਕੇ ਪਰਮਾਤਮਾ ਨੇ ਮੇਰੇ ਉੱਤੇ ਬਹੁਤ ਵੱਡੀ ਰਹਿਮਤ ਕਰ ਦਿੱਤੀ ਹੈ। ਮੈਂ ਬੰਦਗੀਨਾਮਾ ਪੜ੍ਹਦਾ ਸਾਂ, ਉਸ ਦੇ ਲੇਖਕ ਹਨ ਸਰਦਾਰ ਰਘਬੀਰ ਸਿੰਘ ਜੀ। ਉਹ ਕਹਿ ਰਹੇ ਸਨ ਕਿ ਮੈਂ ਤਕਰੀਬਨ 22-23 ਸਾਲ ਮਿਹਨਤ ਕੀਤੀ ਤੇ ਮਿਹਨਤ ਵੀ ਬੜੀ ਹੀ ਕਠਿਨ ਕੀਤੀ। ਸਿਆਲਾਂ ਦੇ ਦਿਨਾਂ ਵਿੱਚ ਮੈਂ ਠੀਕ 3 ਵਜੇ ਚੌਂਕੜਾ ਲਗਾ ਕੇ ਬੈਠ ਜਾਂਦਾ ਸਾਂ ਅੰਮ੍ਰਿਤ ਵੇਲੇ। ਗਰਮੀਆਂ ਦੇ ਦਿਨਾਂ ਵਿੱਚ 2 ਵਜੇ ਤੇ 2.5-3 ਘੰਟੇ ਮੈਂ ਇੱਕ ਚੌਂਕੜੇ ਵਿੱਚ ਇੱਕ ਆਸਣ ਵਿੱਚ ਬਿਤਾਉਂਦਾ ਸਾਂ। ਇਸੇ ਤਰ੍ਹਾਂ ਸ਼ਾਮ ਦਾ ਮੈਂ ਸਮਾਂ ਰੱਖਿਆ ਸੀ। 20-22 ਸਾਲ ਲੰਘਣ ਤੋਂ ਬਾਅਦ ਜਦੋਂ ਮੇਰੇ ਤੇ ਬਖਸ਼ਿਸ਼ ਹੋਈ, ਰਹਿਮਤ ਹੋਈ ਮਾਲਕ ਦੀ, ਮੈਨੂੰ ਆਨੰਦ ਪ੍ਰਾਪਤ ਹੋਇਆ ਤੇ ਮੇਰਾ ਮਨ ਕਹਿ ਉੱਠਿਆ ਸੀ ਕਿ ਜਿਹੜੇ ਮੈਂ 20-22 ਸਾਲ ਲਾਏ ਨੇ ਤੇ ਕੁਝ ਵੀ ਨਹੀਂ ਹਨ। ਇਹ ਆਨੰਦ ਵਾਹਿਗੁਰੂ ਜੀ ਨੇ ਇੰਨਾ ਜ਼ਿਆਦਾ ਦੇ ਦਿੱਤਾ ਹੈ ਕਿ ਜੇ ਮੈਂ ਆਖਾਂ ਕਿ ਮੇਰੀ ਮਿਹਨਤ ਦਾ ਸਿੱਟਾ ਹੈ ਤੇ ਮੈਂ ਗਲਤ ਹਾਂ। ਇਹ ਤੇ ਮੇਰੀ ਮਿਹਨਤ ਤੋਂ ਕਿਤੇ ਵਧੇਰੇ ਹੈ। ਜਿਵੇਂ ਕਿਸੇ ਨੇ 8 ਘੰਟੇ ਕੰਮ ਕੀਤਾ ਹੋਵੇ ਤੇ ਉਹਨੂੰ ਕੋਈ $100-200 ਮਿਲਣਾ ਹੋਵੇ ਤੇ ਉਹਦੀ ਥਾਂ ਹਜ਼ਾਰਾਂ ਮਿਲ ਗਏ ਹੋਣ। ਕੁਝ ਇਸ ਤਰ੍ਹਾਂ ਦੀ ਗੱਲ ਬਣਦੀ ਹੈ ਜਦੋਂ ਵਾਹਿਗੁਰੂ ਜੀ ਦੀ ਰਹਿਮਤ ਹੁੰਦੀ ਹੈ। ਇਹੋ ਹੀ ਗੱਲ ਜੋਗੀ ਲੋਕਾਂ ਨੇ
ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਪੁੱਛੀ ਸੀ ਜਦੋਂ ਗੁਰੂ ਬਣੇ ਸਨ, ਕਿਉਂਕਿ ਉਹਨਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ, ਗੁਰੂ ਨਾਨਕ ਸਾਹਿਬ ਕੋਲ ਰਹਿ ਕੇ ਤਕਰੀਬਨ 7-8 ਸਾਲ ਬੜੀ ਹੀ ਦਿਲ ਲਾ ਕੇ ਮਿਹਨਤ ਕੀਤੀ ਸੀ। ਰਾਤ ਦਿਨ ਇੱਕ ਕਰਕੇ ਸੇਵਾ ਤੇ ਸਿਮਰਨ, ਬਖਸ਼ਿਸ਼ ਹੋਈ, ਉਹ ਗੁਰੂ ਨਿਵਾਜੇ ਗਏ। ਜੋਗੀ ਲੋਕ ਉਹਨਾਂ ਨੂੰ ਮਿਲਣ ਲਈ ਆਏ, ਸਿੱਧ ਲੋਕ ਮਿਲਣ ਲਈ ਆਏ, ਤੇ ਗੁਰੂ ਮਹਾਰਾਜ ਜੀ ਦੀ ਰੂਹਾਨੀਅਤ ਨੂੰ ਵੇਖ ਕੇ ਉਹਨਾਂ ਨੇ ਬਚਨ ਆਖੇ ਸੀ ਕਿ ਗੁਰੂ ਅੰਗਦ ਦੇਵ ਜੀ, ਤੁਸੀਂ ਬੜੀ ਮਿਹਨਤ ਕੀਤੀ ਏ ਤੇ ਤੁਸੀਂ ਇਸ ਰੁਤਬੇ ਨੂੰ ਪ੍ਰਾਪਤ ਕਰ ਲਿਆ। ਗੁਰੂ ਮਹਾਰਾਜ ਜੀ ਦੇ ਬਚਨ ਸਨ ਕਿ ਨਹੀਂ ਭਾਈ ਗੁਰਮੁਖੋ, ਇਹ ਮੇਰੀ ਮਿਹਨਤ ਨਹੀਂ, ਇਹ ਗੁਰੂ ਨਾਨਕ ਸਾਹਿਬ ਦੀ ਰਹਿਮਤ ਹੋਈ ਏ। ਸੋ ਇਹ ਗੱਲ ਜਗਿਆਸੂ ਨੇ ਹਮੇਸ਼ਾ ਜੀ ਯਾਦ ਰੱਖਣੀ ਏ। ਕਦੀ ਵੀ ਸਾਡੇ ਤੇ ਰਹਿਮਤ ਹੋ ਜਾਂਦੀ ਏ, ਮਾਲਕ ਤੇ ਦਿਆਲੂ ਹੀ ਏ ਨਾ, ਉਹ ਹਰ ਇੱਕ ਤੇ ਹੀ ਕਰਨਾ ਲੋਚਦਾ ਹੈ, ਪਰ ਅਸੀਂ ਉਸ ਪਾਸੇ ਧਿਆਨ ਨਹੀਂ ਦਿੰਦੇ। ਜਦੋਂ ਕਿਸੇ ਵੀ ਜਗਿਆਸੂ ਤੇ ਉਸ ਮਾਲਕ ਦੀ ਰਹਿਮਤ ਹੋਵੇ, ਮਨ ਵਿੱਚ ਕਦੀ ਇਹ ਨਾ ਆ ਜਾਏ ਕਿ ਮੈਂ ਬੜੀ ਮਿਹਨਤ ਕੀਤੀ ਸੀ। ਮਨ ਵਿੱਚ ਇਹੋ ਹੀ ਆਵੇ ਕਿ ਇਹ ਮੇਰੇ ਗੁਰੂ ਦੀ ਰਹਿਮਤ ਹੋਈ ਏ, ਉਹਦੀ ਬਖਸ਼ਿਸ਼ ਹੋਈ ਏ। ਸੋ ਇਸ ਤਰ੍ਹਾਂ ਆਪਾਂ ਇਸ ਅਧਿਆਤਮ ਮਾਰਗ ਤੇ ਅੱਗੇ ਵਧਣਾ, ਮਿਹਨਤ ਮਸ਼ੱਕਤ ਆਪ ਕਰਨੀ ਤੇ ਆਸ ਪਰਮਾਤਮਾ ਤੇ ਜਾਂ ਗੁਰੂ ਤੇ ਟਿਕਾ ਕੇ ਰੱਖਣੀ ਕਿ ਇਹ ਆਨੰਦ ਦੀ ਰਹਿਮਤ ਮੇਰੀ ਮਿਹਨਤ ਨਾਲ ਨਹੀਂ ਹੋਣੀ, ਇਹ ਗੁਰੂ ਦੀ ਰਹਿਮਤ ਨਾਲ ਹੋਣੀ ਹੈ। ਸੋ ਅੱਜ ਜਿਹੜਾ ਅਸੀਂ ਉਸੇ ਹੀ ਆਨੰਦ ਸਿਰਲੇਖ ਦੇ ਥੱਲੇ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਨੰਦ ਬਾਣੀ ਦੀ ਰਚਨਾ ਕੀਤੀ ਹੈ, ਜਿਸ ਨੂੰ ਆਪਾਂ ਸਤਿਕਾਰ ਨਾਲ ਆਨੰਦ ਸਾਹਿਬ ਆਖਦੇ ਹਾਂ, ਉਸ ਦੇ ਵਿੱਚ ਗੁਰੂ ਸਾਹਿਬ ਨੇ ਕੋਈ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ। ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਅਸੀਂ ਜਿੰਨੇ ਵੀ ਜਗਿਆਸੂ ਹੁੰਦੇ ਨੇ ਉਹ ਪ੍ਰਭੂ ਦੀ ਬਖਸ਼ਿਸ਼ ਨੂੰ ਲੈਣ ਵਾਸਤੇ ਤੁਰਦੇ ਨੇ, ਤੇ ਜ਼ਰੂਰੀ ਹੈ ਕਿ ਉਹ ਉਸ ਰਸਤੇ ਨੂੰ ਅਪਣਾਉਣ ਜਿਹੜਾ ਰਸਤਾ ਉਹਦੇ ਘਰ ਨੂੰ ਸਿੱਧਾ ਹੀ ਜਾਂਦਾ ਹੋਵੇ। ਤੇ ਉਹ ਰਸਤਾ ਕੋਈ ਇਸ ਤਰ੍ਹਾਂ ਦੁਨਿਆਵੀ ਭੌਤਿਕ ਕੋਈ ਸੜਕ ਨਹੀਂ ਬਣੀ ਹੋਈ, ਬਸ ਉਹ ਰਸਤਾ ਹੀ ਇਹ ਚੰਗੇ ਕਰਮ ਕਮਾਉਣੇ ਤੇ ਪ੍ਰਭੂ ਜੀ ਨੂੰ ਯਾਦ ਰੱਖਣਾ, ਮਾੜਿਆਂ ਕਰਮਾਂ ਦਾ ਤਿਆਗ ਕਰਨਾ। ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਨੂੰ ਇਹ ਗੱਲ ਸਮਝਾਈ ਸੀ, ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਜਿਹੜਾ ਵੀ ਮਨੁੱਖ ਮੰਦੇ ਕਰਮ ਕਰੇਗਾ, ਕਿਸੇ ਪ੍ਰਕਾਰ ਦੇ ਵੀ ਹੋਣ, ਭਾਵੇਂ ਸ਼ੁਰੂ ਵਿੱਚ ਆਦਮੀ ਨੂੰ ਉਹਨਾਂ ਕਰਮਾਂ ਵਿੱਚੋਂ ਸੁੱਖ ਮਹਿਸੂਸ ਹੁੰਦਾ ਹੈ, ਕੁਝ ਪ੍ਰਾਪਤੀ ਮਹਿਸੂਸ ਹੁੰਦੀ ਏ, ਲੇਕਿਨ ਲੰਮੇ ਸਮੇਂ ਤੋਂ ਬਾਅਦ ਸਮਝ ਆ ਜਾਂਦੀ ਏ ਕਿ ਜਿਹੜੇ ਕਰਮਾਂ ਵਿੱਚੋਂ ਮੈਂ ਸੁੱਖ ਆਰਾਮ ਮਹਿਸੂਸ ਕਰਦਾ ਸਾਂ, ਸਹੀ ਅਰਥਾਂ ਵਿੱਚ ਉਹ ਦੁੱਖ ਰੂਪ ਹਨ। ਥੋੜਾ ਠਹਿਰ ਕੇ ਪਤਾ ਲੱਗਦਾ, ਲੇਕਿਨ ਲੱਗ ਜਾਂਦਾ। ਕੋਈ ਬੰਦਾ ਜ਼ਹਿਰ ਖਾਵੇ ਤੇ ਖਾਂਦਿਆਂ ਸਾਰ ਹੀ ਕੁਛ ਨਹੀਂ ਹੁੰਦਾ, ਕੁਝ ਸਮਾਂ ਚਾਹੀਦਾ ਹੁੰਦਾ। ਇਸੇ ਤਰ੍ਹਾਂ ਕੋਈ ਅਸੀਂ ਮਿੱਠੀ ਚੀਜ਼ ਖਾਈਏ, ਉਸ ਦਾ ਵੀ ਅਸਰ ਸਾਡੇ ਸਰੀਰ ਤੇ ਸਮੇਂ ਬਾਅਦ ਹੀ ਹੁੰਦਾ, ਇੱਕਦਮ ਨਹੀਂ ਹੁੰਦਾ। ਸੋ ਹਰ ਚੀਜ਼ ਨੂੰ ਸਮਾਂ ਲੱਗਦਾ ਹੈ। ਮਾੜੇ ਕਰਮ ਕਰਨ ਦੇ ਨਾਲ ਸਾਡਾ ਮਾੜਾ ਹੀ ਹੁੰਦਾ, ਨੁਕਸਾਨ ਹੀ ਹੁੰਦਾ, ਭਾਵੇਂ ਜਦੋਂ ਅਸੀਂ ਕਰ ਰਹੇ ਹੁੰਦੇ ਹਾਂ ਉਦੋਂ ਇਹ ਗੱਲ ਪ੍ਰਤੀਤ ਨਾ ਵੀ ਹੁੰਦੀ ਹੋਵੇ। ਸੋ ਗੁਰੂ ਸਾਹਿਬ ਨੇ ਜੋ ਸਾਨੂੰ ਬਾਣੀ ਵਿੱਚ ਸਿੱਖਿਆਵਾਂ ਦਿੱਤੀਆਂ ਨੇ, ਉਹ ਕੁਛ ਚੰਗਾ ਕਰਨ ਲਈ ਆਖਿਆ ਹੈ ਤੇ ਮਾੜੀਆਂ ਚੀਜ਼ਾਂ ਦਾ ਤਿਆਗ ਕਰਨ ਲਈ ਆਖਿਆ ਹੈ। ਭਾਵੇਂ
ਆਨੰਦ ਦੀ ਅਵਸਥਾ ਵਿੱਚ ਜਿਹੜਾ ਬੰਦਾ ਪਹੁੰਚਿਆ ਹੈ, ਉਹਦੇ ਲਈ ਗੁਰੂ ਅਮਰਦਾਸ ਮਹਾਰਾਜ ਜੀ ਦਾ ਮੰਨਣਾ ਹੈ ਕਿ ਉਹਦੇ ਅੰਦਰ ਅਨਹਦ ਸ਼ਬਦਾਂ ਦੀ ਰੌਂ ਚੱਲ ਪੈਂਦੀ ਹੈ। ਭਾਵੇਂ ਸ਼ਬਦ ਕਈ ਪ੍ਰਕਾਰ ਦੇ ਹੁੰਦੇ ਨੇ, ਉਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ, ਲੇਕਿਨ ਗੁਰੂ ਸਾਹਿਬ ਨੇ ਮੂਲ ਰੂਪ ਵਿੱਚ 5 ਤਰ੍ਹਾਂ ਦੀਆਂ ਆਵਾਜ਼ਾਂ ਮੰਨੀਆਂ ਨੇ। ਅਸੀਂ ਆਨੰਦ ਸਾਹਿਬ ਦੀ ਪਹਿਲੀ ਪੌੜੀ ਵਿੱਚੋਂ ਹੀ ਪੜ੍ਹਦੇ ਹਾਂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਦਾ ਮਤਲਬ ਇੱਥੇ ਆ ਭਾਗਾਂ ਵਾਲੇ ਹਿਰਦੇ ਰੂਪ ਘਰ ਵਿੱਚ 5 ਸ਼ਬਦ ਵੱਜਦੇ ਨੇ, 5 ਪ੍ਰਕਾਰ ਦੇ ਰਾਗ ਹੁੰਦੇ ਨੇ ਅੰਦਰ ਕਿਸੇ ਭਾਗਾਂ ਵਾਲੇ ਘਰ ਵਿੱਚ, ਭਾਗਾਂ ਵਾਲੇ ਹਿਰਦੇ ਵਿੱਚ। ਤੇ ਉਹ ਭਾਗ ਸਾਨੂੰ ਬਣੇ ਬਣਾਏ ਨਹੀਂ ਜੀ ਮਿਲਦੇ, ਉਹ ਬਣਾਉਣੇ ਪੈਂਦੇ ਨੇ। ਬਸ ਅਸੀਂ ਉਸ ਭਾਗ ਬਣਾਉਣ ਵਾਸਤੇ ਹੀ ਮਿਹਨਤ ਮੁਸ਼ੱਕਤ ਘਾਲਣੀ ਹੈ। ਜਦੋਂ ਗੁਰੂ ਦੀ ਰਹਿਮਤ ਹੋਈ ਭਾਗ ਜਾਗ ਪੈਣਗੇ। ਗੁਰੂ ਸਾਹਿਬ ਨੇ ਵੀ ਬਚਨ ਲਿਖੇ ਨੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਕਿਸੇ ਬੰਦੇ ਦੀ ਮਿਹਨਤ ਦੁਆਰਾ ਕੀਤੇ ਹੋਏ ਚੰਗੇ ਕਰਮ ਜਾਗ ਪੈਂਦੇ ਨੇ, ਉਦੋਂ ਉਸ ਨੂੰ ਕਿਸੇ ਮਹਾਂਪੁਰਸ਼ ਦੀ, ਕਿਸੇ ਗੁਰੂ ਜਨ ਦੀ ਸੰਗਤ ਮਿਲਦੀ ਏ। ਇਹ ਜੀ ਪਹਿਲੀ ਨਿਸ਼ਾਨੀ ਹੈ ਸਾਡੇ ਚੰਗੇ ਭਾਗਾਂ ਦੀ। ਵੈਸੇ ਅਸੀਂ ਹਮੇਸ਼ਾ ਸੋਚਦੇ ਹਾਂ ਜਿਸ ਬੰਦੇ ਕੋਲ ਮਾਇਆ ਬਹੁਤ ਹੈ, ਜਿਸ ਬੰਦੇ ਦਾ ਬਿਜ਼ਨਸ ਵਧੀਆ ਹੈ, ਜਿਹਦੇ ਕੋਲ ਘਰ-ਬਾਰ ਚੰਗਾ ਹੈ, ਔਲਾਦ ਚੰਗੀ ਏ, ਅਸੀਂ ਇਸ ਤਰ੍ਹਾਂ ਹੀ ਸਮਝਦੇ ਹਾਂ ਇਹ ਭਾਗਾਂ ਵਾਲਾ ਏ। ਤੇ ਠੀਕ ਹੀ ਇਹ ਭਾਗਾਂ ਵਾਲਾ ਹੀ ਏ, ਲੇਕਿਨ ਇਹ ਭਾਗ ਦੁਨਿਆਵੀ ਤੌਰ ਤੇ ਹੀ ਹੁੰਦੇ ਨੇ। ਇੱਥੋਂ ਦਾ ਸਾਰਾ ਸਾਜੋ ਸਮਾਨ ਇੱਥੇ ਹੀ ਰਹਿ ਜਾਂਦਾ ਹੈ, ਨਾਲ ਕੁਝ ਵੀ ਨਹੀਂ ਜਾਂਦਾ। ਲੇਕਿਨ ਗੁਰੂ ਮਹਾਰਾਜ ਦਾ ਮੰਨਣਾ ਕਿ ਉਸ ਬੰਦੇ ਨੂੰ ਭਾਗਾਂ ਵਾਲਾ ਆਖਿਆ ਜਾ ਸਕਦਾ ਹੈ ਜਿਸ ਬੰਦੇ ਨੂੰ ਪੂਰਾ ਗੁਰੂ ਮਿਲਿਆ ਹੋਵੇ। ਜਿਹਨੂੰ ਪੂਰਾ ਗੁਰੂ ਨਹੀਂ ਮਿਲਿਆ, ਉਹ ਕੁਝ ਵੀ ਹੋਵੇ, ਉਹ ਗੁਰੂ ਮਹਾਰਾਜ ਦੇ ਮੰਨਣ ਵਿੱਚ ਭਾਗਾਂ ਵਾਲਾ ਅਜੇ ਨਹੀਂ ਬਣਿਆ। ਪੂਰਬ ਕਰਮ ਜਿਹੜੇ ਹੁਣ ਤੋਂ ਪਹਿਲਾਂ ਦੇ ਕੀਤੇ ਹੋਏ ਕਰਮ ਨੇ, ਸਾਡੀ ਇਹ ਵੀ ਇੱਕ ਤਰਾਸ਼ਦੀ ਹੈ ਕਿ ਜਦੋਂ ਅਸੀਂ ਪੂਰਬ ਕਰਮ ਆਖਦੇ ਹਾਂ ਤੇ ਸਾਨੂੰ ਪਿਛਲੀਆਂ ਜਨਮਾਂ ਵੱਲ ਸਾਡਾ ਧਿਆਨ ਚਲਾ ਜਾਂਦਾ। ਅਸੀਂ ਉਸ ਨੂੰ ਭੁੱਲ ਜਾਈਏ ਜੀ ਪਿੱਛੇ ਅਸੀਂ ਕੀ ਕੀਤਾ। ਅਸੀਂ ਇਸ ਜਨਮ ਦੀ ਜੇ ਗੱਲ ਕਰੀਏ, ਅੱਜ ਤੋਂ, ਹੁਣ ਤੋਂ, ਜਿਹੜੇ ਅਸੀਂ ਚੰਗੇ ਕਰਮ ਪਹਿਲਾਂ ਕੀਤੇ ਨੇ, ਜਦੋਂ ਉਹ ਜਾਗਦੇ ਨੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਜਦੋਂ ਉਹਨਾਂ ਦੇ ਅੰਕੁਰ ਫੁੱਟਦੇ ਨੇ, ਜਦੋਂ ਪੌਦਾ ਬਣਨ ਦੀ ਸ਼ੁਰੂਆਤ ਹੁੰਦੀ ਏ, ਉਦੋਂ ਕੀ ਹੁੰਦਾ? ਭੇਟਿਓ ਪੁਰਖ ਰਸਕ ਬੈਰਾਗੀ। ਕੋਈ ਵੈਰਾਗਵਾਨ, ਵੈਰਾਗ ਵੀ ਆਪਾਂ ਪਿੱਛੇ ਜੇ ਸਮਝਿਆ ਸੀ ਕਿ ਦੁਨੀਆ ਨੂੰ ਛੱਡ ਕੇ ਦੌੜਨ ਦਾ ਨਾਂ ਵੈਰਾਗ ਨਹੀਂ ਹੁੰਦਾ। ਵੈਰਾਗ ਦਾ ਮਤਲਬ ਹੁੰਦਾ ਹੈ ਪ੍ਰਭੂ ਨੂੰ ਮਿਲਣ ਦੀ ਤੀਵਰ ਇੱਛਾ, ਉਹ ਹੈ ਵੈਰਾਗ। ਭੇਟਿਓ ਪੁਰਖ ਰਸਕ ਵੈਰਾਗੀ, ਉਹ ਪੁਰਸ਼ ਜਿਹੜਾ ਪ੍ਰਭੂ ਨੂੰ ਮਿਲਣ ਦੀ ਤੀਵਰ ਇੱਛਾ ਰੱਖਦਾ ਹੋਵੇ, ਉਹਦੇ ਅੰਦਰ ਪ੍ਰਭੂ ਦੇ ਨਾਮ ਦਾ ਰਸ ਪੈਦਾ ਹੋ ਗਿਆ ਹੋਵੇ, ਉਸ ਦੇ ਦੀਦਾਰ ਹੁੰਦੇ ਨੇ, ਉਸ ਦਾ ਮਿਲਾਪ ਹੁੰਦਾ। ਜਦੋਂ ਰਸਕ ਬੈਰਾਗੀ ਮਿਲ ਪਵੇ ਤੇ ਫਿਰ ਕੀ ਹੁੰਦਾ ਹੈ? ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਤ ਅੰਧੇਰ। ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਉਹ ਜੀਵ ਆਤਮਾ ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਜਾਗ ਪੈਂਦੀ ਹੈ। ਜਾਂ ਇਸ ਤਰ੍ਹਾਂ ਆਖੀਏ, ਉਹ ਜੀਵ ਰੂਪ ਇਸਤਰੀ ਜਨਮਾਂ ਜਨਮਾਂਤਰਾਂ ਦੀ ਅਗਿਆਨਤਾ ਦੇ ਹਨੇਰੇ ਵਿੱਚ ਸੁੱਤੀ ਹੋਈ ਗਿਆਨ ਦੇ ਪ੍ਰਕਾਸ਼ ਵਿੱਚ ਜਾਗ ਉੱਠਦੀ ਏ ਜਦੋਂ ਉਹਨੂੰ ਪੂਰੇ ਗੁਰੂ ਦੀ ਸੰਗਤ ਮਿਲਦੀ ਏ। ਤੇ ਪੂਰਾ ਗੁਰੂ ਸਾਨੂੰ ਕੀ ਸਮਝਾਉਂਦਾ ਆ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਕਿ ਇਸ ਸੰਸਾਰ ਦੇ ਅੰਦਰ ਬਹੁਤ ਲੋਕਾਂ ਨੇ ਆਨੰਦ ਨੂੰ ਪ੍ਰਾਪਤ ਕਰਨ ਵਾਸਤੇ ਧਾਰਮਿਕ ਕਰਮ ਕਾਂਡ ਕੀਤੇ ਨੇ, ਜੋ ਕਿ ਅਸੀਂ ਸਾਰੇ ਕਰ ਹੀ ਰਹੇ ਹਾਂ। ਇਸੇ ਲਈ ਮੈਂ ਤੁਹਾਨੂੰ ਜੀ ਬਾਰ-ਬਾਰ ਬੇਨਤੀ ਕਰਦਾ ਰਹਿਣਾ ਕਿ ਕਰਮ ਕਾਂਡ ਕਰਨ ਨਾਲ ਕੁਛ ਨਹੀਂ ਹੋਣਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ, ਕਰਮੀ ਸਹਿਜ ਨਾ ਉਪਜੈ। ਉਹ ਕਰਮ ਜਿਹੜੇ ਅਸੀਂ ਧਰਮ ਦੇ ਨਾਂ ਹੇਠਾਂ ਕਰਮ ਕਾਂਡ ਰੂਪ ਵਿੱਚ ਕਰਦੇ ਹਾਂ। ਕਰਮ ਕਾਂਡ ਦਾ ਮਤਲਬ ਇਹ ਹੁੰਦਾ ਹੈ ਉਹ ਕਰਮਾਂ ਦਾ ਸਮੂਹ ਜਿਨ੍ਹਾਂ ਦੇ ਕਰਨ ਨਾਲ ਨਾ ਆਪ ਨੂੰ ਤੇ ਨਾ ਕਿਸੇ ਦੂਜੇ ਨੂੰ ਕੋਈ ਲਾਭ ਹੁੰਦਾ ਹੋਵੇ, ਉਹ ਕਰਮ ਕਾਂਡ ਅਖਵਾਉਂਦੇ ਨੇ। ਕਰਮਾਂ ਦਾ ਉਹ ਕਾਂਡ, ਇੱਕ ਚੈਪਟਰ ਸ਼ੁਰੂ ਹੋ ਜਾਂਦਾ ਹੈ। ਜਿਹੜੇ ਕਰਮ ਕਰਨ ਦੇ ਨਾਲ ਨਾ ਆਪਣੇ ਆਪ ਨੂੰ ਕੁਝ ਲਾਭ ਤੇ ਨਾ ਕਿਸੇ ਦੂਜੇ ਨੂੰ ਕੋਈ ਲਾਭ। ਇਹ ਤੁਸੀਂ ਆਪ ਸੋਚ ਲੈਣਾ ਜੀ ਕਿ ਜਿਹੜੇ ਮੈਂ ਆ ਧਾਰਮਿਕ ਕਰਮ ਕਰਦਾ ਕੀ ਇਹਦਾ ਮੈਨੂੰ ਲਾਭ ਹੋ ਰਿਹਾ? ਜੇ ਲਾਭ ਹੋ ਰਿਹਾ ਤੇ ਉਹ ਕਰਮ ਕਾਂਡ ਨਹੀਂ ਹੁੰਦਾ। ਜੇ ਲਾਭ ਨਹੀਂ ਹੋ ਰਿਹਾ ਨਾ ਮੈਨੂੰ ਤੇ ਨਾ ਕਿਸੇ ਦੂਜੇ ਨੂੰ, ਉਹ ਕਰਮ ਕਾਂਡ ਹੁੰਦਾ। ਕਰਮੀ ਇਹੋ ਜਿਹੇ ਕਰਮ ਕਾਂਡ ਕਰਨ ਨਾਲ ਸਹਿਜ ਨਾ ਉਪਜੈ। ਇੱਥੇ ਸਹਿਜ ਦਾ ਮਤਲਬ ਹੈ ਆਨੰਦ। ਆਨੰਦ ਪੈਦਾ ਨਹੀਂ ਹੁੰਦਾ, ਕਿਉਂਕਿ ਬਾਣੀ ਦਾ ਨਾਮ ਵੀ ਆਨੰਦ ਹੀ ਹੈ। ਵਿਨ ਸਹਿਜੈ ਸਹਿਸਾ ਨਾ ਜਾਏ। ਤੇ ਜਿੰਨਾ ਚਿਰ ਕਿਸੇ ਮਨੁੱਖ ਦੇ ਅੰਦਰ ਆਨੰਦ ਵਾਲੀ ਅਵਸਥਾ ਨਹੀਂ ਬਣਦੀ, ਉਹਨਾਂ ਚਿਰ ਉਹਦਾ ਤੌਖਲਾ, ਉਹਦਾ ਸਹਿਸਾ, ਜਿਹਨੂੰ ਸੰਸਾ ਆਖਦੇ ਨੇ, ਹਿੰਦੀ ਵਾਲੇ ਸੰਸ਼ੈ ਬੋਲਦੇ ਨੇ, ਉਹ ਜਾਂਦਾ ਨਹੀਂ ਜੀ। ਉਹ ਅੰਦਰ ਟਿਕਿਆ ਰਹਿੰਦਾ ਕਿਸੇ ਨਾ ਕਿਸੇ ਰੂਪ ਵਿੱਚ। ਉਹ ਸੰਸਾ ਹੁੰਦਾ ਕਿ ਇਹ ਜਗਿਆਸੂ ਲੋਕਾਂ ਨੂੰ ਇਹ ਹੁੰਦਾ ਕਿ ਮੈਂ ਇੰਨੇ ਘੰਟੇ ਤੇ ਲਾ ਰਿਹਾ, ਪਤਾ ਨਹੀਂ ਇਹ ਰੱਬ ਨੂੰ ਮਨਜ਼ੂਰ ਵੀ ਨੇ ਕਿ ਨਹੀਂ। ਇਹ ਤੌਖਲਾ ਹੁੰਦਾ ਅੰਦਰ। ਉਹ ਤੌਖਲਾ, ਉਹ ਸਹਿਸਾ ਜਾਂਦਾ ਨਹੀਂ ਜਿੰਨਾ ਚਿਰ ਅੰਦਰੋਂ ਆਨੰਦ ਨਹੀਂ ਪੈਦਾ ਹੁੰਦਾ। ਤੇ ਆਨੰਦ ਓਨਾ ਚਿਰ ਨਹੀਂ ਪੈਦਾ ਹੁੰਦਾ ਜਿੰਨਾ ਚਿਰ ਅਸੀਂ ਕਰਮ ਕਾਂਡ ਕਰਦੇ ਰਹਿੰਦੇ ਹਾਂ। ਗੁਰੂ ਜੀ ਨੇ ਆਖਿਆ, ਨਹਿ ਜਾਏ ਸਹਿਸਾ ਕਿਤੈ ਸੰਜਮ। ਇੱਥੇ ਸੰਜਮ ਦਾ ਮਤਲਬ ਹੈ ਤਰੀਕਾ, ਕੋਈ ਵਿਧੀ। ਇਹੋ ਜਿਹੇ ਕਿਸੇ ਵੀ ਤਰੀਕੇ ਦੇ ਨਾਲ ਇਹ ਜਿਹੜਾ ਤੌਖਲਾ ਅੰਦਰ ਦਾ ਇਹ ਦੂਰ ਨਹੀਂ ਹੁੰਦਾ। ਰਹੇ ਕਰਮ ਕਮਾਏ। ਦੁਨੀਆ ਵਿੱਚ ਬਹੁਤ ਸਾਰੇ ਕਹੇ ਜਾਂਦੇ ਧਾਰਮਿਕ ਵਿਅਕਤੀ ਇਹੋ ਜਿਹੇ ਕਰਮ ਕਮਾ ਕਮਾ ਕੇ ਥੱਕ ਗਏ ਨੇ, ਲੇਕਿਨ ਅੰਦਰ ਦੀ ਅਵਸਥਾ ਤਬਦੀਲ ਨਹੀਂ ਹੋਈ। ਅੰਦਰ ਉਹੋ ਹੀ ਕਾਮ ਉਬਾਲੇ ਮਾਰਦਾ ਹੈ, ਉਹੋ ਹੀ ਕ੍ਰੋਧ ਸਿਰ ਤੇ ਸਵਾਰ ਹੋ ਜਾਂਦਾ ਹੈ, ਉਹੋ ਹੀ ਲੋਭ ਮੋਹ ਤੇ ਹੰਕਾਰ ਅੰਦਰੋਂ ਸਾਨੂੰ ਝੰਜੋੜਦਾ ਰਹਿੰਦਾ ਹਰ ਵਕਤ। ਫਿਰ ਗੁਰੂ ਜੀ ਨੇ ਆਖਿਆ, ਸਹਿਸੈ ਜੀਉ ਮਲੀਨ ਹੈ। ਇੱਥੇ ਜੀ ਦਾ ਮਤਲਬ ਹੈ ਜੀ ਮਨ। ਆਤਮਾ ਕਦੇ ਮਲੀਨ ਨਹੀਂ ਹੁੰਦੀ, ਆਤਮਾ ਹਮੇਸ਼ਾ ਨਿਰਮਲ ਹੈ। ਲੇਕਿਨ ਉਹਦੇ ਉੱਤੇ ਮਲੀਨ ਮਨ ਦਾ ਪ੍ਰਭਾਵ ਜ਼ਰੂਰ ਪੈਂਦਾ। ਮਨ ਹਾਵੀ ਹੋ ਚੁੱਕਾ ਹੈ ਸਾਡੀ ਆਤਮਾ ਦੇ ਉੱਤੇ, ਉਸ ਨੂੰ ਦਬਾ ਕੇ ਇਹਨੇ ਰੱਖਿਆ ਹੋਇਆ ਹੈ। ਇਸ ਤਰ੍ਹਾਂ ਕਹਿ ਲਈਏ ਕਿ ਨੌਕਰ ਨੇ ਮਾਲਕ ਦੇ ਉੱਤੇ ਆਪਣਾ ਐਸਾ ਪ੍ਰਭਾਵ ਪਾਇਆ ਹੈ ਕਿ ਮਾਲਕ ਨੌਕਰ ਦੇ ਅੱਗੇ ਹੁਣ ਦਬਿਆ ਦਬਿਆ ਰਹਿੰਦਾ ਹੈ। ਇਹ ਮਨ ਤੇ ਆਤਮਾ ਦਾ ਜਿਹੜਾ ਰਿਸ਼ਤਾ ਕੁਝ ਇਹੋ ਜਿਹਾ ਬਣ ਚੁੱਕਾ ਹੈ ਜਿਹੋ ਜਿਹੇ ਅਸੀਂ ਲੋਕ ਹਾਂ ਸਾਡਾ। ਸਹਿਸੈ ਜੀਉ ਮਲੀਨ ਹੈ। ਇਹਨਾਂ ਤੌਖਲਿਆਂ, ਇਹਨਾਂ ਸੰਸ਼ਿਆਂ ਦਾ ਕਰਕੇ ਹੀ ਸਾਡਾ ਇਹ ਮਨ ਮੈਲਾ ਹੋ ਚੁੱਕਾ ਹੈ। ਗੁਰੂ ਜੀ ਨੇ ਸਵਾਲ ਖੜਾ ਕੀਤਾ, ਕਿਤ ਸੰਜਮ ਧੋਤਾ ਜਾਏ। ਦੱਸੋ ਇਸ ਮੈਲੇ ਮਨ ਨੂੰ ਕਿਵੇਂ ਧੋਤਾ ਜਾ ਸਕਦਾ ਹੈ, ਕਿਵੇਂ ਸਾਫ਼ ਕੀਤਾ ਜਾ ਸਕਦਾ ਹੈ ਤਾਂ ਕਿ ਇਹਦੇ ਵਿੱਚੋਂ ਵਾਹਿਗੁਰੂ ਜੀ ਦਾ ਅਕਸ਼ ਸਾਹਮਣੇ ਆਵੇ। ਤੁਸੀਂ ਵੇਖਿਆ ਨਾ ਜੀ, ਸ਼ੀਸ਼ਾ ਦੀਵਾਰ ਤੇ ਲੱਗਾ ਹੁੰਦਾ ਹੈ। ਜੇ ਉਹ ਮੈਲਾ ਹੋਵੇ, ਉਹਦੇ ਉੱਤੇ ਮੈਲ ਕਾਈ ਜੰਮੀ ਹੋਵੇ, ਘੱਟਾ ਮਿੱਟੀ ਪਿਆ ਹੋਵੇ, ਆਪਾਂ ਉਹਦੇ ਸਾਹਮਣੇ ਜਾ ਕੇ ਖਲੋਈਏ ਤੇ ਆਪਣਾ ਅਕਸ਼ ਜਿਹੜਾ ਹੈ ਉਹਦੇ ਵਿੱਚੋਂ ਨਜ਼ਰ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਕਿਉਂਕਿ ਉਹ ਸ਼ੀਸ਼ਾ ਮੈਲਾ ਹੈ। ਜਦੋਂ ਸਾਡਾ ਮਨ ਰੂਪ ਸ਼ੀਸ਼ਾ ਮੈਲਾ ਹੁੰਦਾ ਹੈ,
ਪਰਮਾਤਮਾ ਇਹਦੇ ਬਿਲਕੁਲ ਸਾਹਮਣੇ ਹੈ, ਦੂਰ ਨਹੀਂ ਹੈ। ਉਹ ਕਿਤੋਂ ਬਾਹਰੋਂ ਨਹੀਂ ਉਸਨੇ ਆਉਣਾ, ਉਹ ਤੇ ਸਾਡੇ ਸ਼ੀਸ਼ੇ ਦੇ ਸਾਹਮਣੇ ਖਲੋਤਾ ਹੋਇਆ ਹੈ। ਲੇਕਿਨ ਸ਼ੀਸ਼ਾ ਮੈਲਾ ਹੋਣ ਕਰਕੇ ਉਹਦਾ ਅਕਸ਼ ਜਿਹੜਾ ਹੈ ਉਸ ਨੂੰ ਅਸੀਂ ਵੇਖ ਨਹੀਂ ਪਾ ਰਹੇ, ਜਾਂ ਉਸ ਨੂੰ ਅਸੀਂ ਮਹਿਸੂਸ ਨਹੀਂ ਕਰ ਪਾ ਰਹੇ। ਉਹ ਸਾਡੇ ਅੰਦਰ ਬੈਠਾ ਹੈ। ਗੁਰੂ ਜੀ ਆਖਦੇ ਨੇ ਫਿਰ ਕਿਹੜਾ ਸੰਜਮ ਵਰਤੀਏ, ਕਿਹੜੀ ਜੁਗਤ ਵਰਤੀਏ ਜਿਹਦੇ ਨਾਲ ਅਸੀਂ ਆਪਣੇ ਇਸ ਮਨ ਦੇ ਸ਼ੀਸ਼ੇ ਨੂੰ ਧੋ ਸਕੀਏ, ਸਾਫ਼ ਕਰ ਸਕੀਏ। ਜਵਾਬ ਦਿੰਦੇ ਨੇ, ਮਨ ਧੋਵੋ ਸ਼ਬਦ ਲਾਗੋ। ਜਿਸ ਵੀ ਕਿਸੇ ਜਗਿਆਸੂ ਦਾ ਮਨ ਕਰੇ ਕਿ ਮੈਂ ਆਪਣੇ ਮਨ ਨੂੰ ਨਿਰਮਲ ਕਰ ਲਵਾਂ, ਸਾਫ਼ ਕਰ ਲਵਾਂ, ਉਸ ਨੂੰ ਚਾਹੀਦਾ ਉਹ ਸ਼ਬਦ ਵਿੱਚ ਜੁੜੇ। ਤੇ ਆਪਾਂ ਸਮਝ ਲਿਆ ਸੀ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਇਹ ਸ਼ਬਦ ਜਿਸ ਦੇ ਆਪਾਂ ਹੁਣ ਦਰਸ਼ਨ ਕਰ ਰਹੇ ਹਾਂ, ਉਹ ਸ਼ਬਦ ਹੈ ਜੋ ਮੈਂ ਬੋਲ ਰਿਹਾ ਹਾਂ, ਉਹ ਸ਼ਬਦ ਹੈ ਜੋ ਤੁਸੀਂ ਸੁਣ ਰਹੇ ਹੋ। ਇਹ ਸਭ ਸ਼ਬਦ ਹੈ। ਲੇਕਿਨ ਇੱਕ ਸ਼ਬਦ ਹੈ ਜਿਸ ਨੂੰ ਪਹਿਲੀ ਪੌੜੀ ਵਿੱਚ ਆਖਿਆ ਸੀ ਵਾਜੇ ਪੰਜ ਸ਼ਬਦ। ਉਹ ਸ਼ਬਦ ਅੱਖਰਾਂ ਵਿੱਚ ਬਿਆਨ ਨਹੀਂ ਲਿਖੇ ਜਾ ਸਕਦੇ, ਆਪਣੀ ਜ਼ੁਬਾਨ ਤੋਂ, ਆਪਣੇ ਮੁਖ ਤੋਂ ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਸ਼ਬਦਾਂ ਵਿੱਚ ਲੱਗ ਕੇ ਮਨ ਨੂੰ ਧੋਤਾ ਜਾ ਸਕਦਾ ਹੈ। ਤੇ ਉਸ ਸ਼ਬਦ ਵਿੱਚ ਲੱਗਣ ਲਈ ਜ਼ਰੂਰੀ ਹੈ ਸਾਧ ਸੰਗਤ, ਜੋ ਆਪਾਂ ਹੁਣ ਕਰ ਰਹੇ ਹਾਂ। ਜੇ ਸੱਚਮੁੱਚ ਹੀ ਕਿਸੇ ਜਗਿਆਸੂ ਦੇ ਮਨ ਵਿੱਚ ਗੁਰੂ ਮਹਾਰਾਜ ਦੀ ਇਹ ਪਵਿੱਤਰ ਬਾਣੀ ਦੇ ਬਚਨ ਚੰਗੇ ਲੱਗ ਜਾਣ, ਤੇ ਉਹ ਆਪਣੇ ਮਨ ਨੂੰ ਅੱਜ ਤੋਂ ਹੀ ਧੋਣਾ ਸ਼ੁਰੂ ਕਰ ਦੇਵੇ। ਤੇ ਧੋਣਾ ਹੈ ਮਨ ਸ਼ਬਦ ਵਿੱਚ ਜੁੜ ਕੇ। ਤੇ ਸ਼ਬਦ ਵਿੱਚ ਜੁੜਨ ਦਾ ਇੱਕੋ ਹੀ ਤਰੀਕਾ ਹੈ ਇਕਾਂਤ ਵਿੱਚ ਬੈਠਣਾ। ਸ਼ੁਰੂ ਵਿੱਚ ਇਕਾਂਤ ਵਿੱਚ ਬੈਠਾਂਗੇ, ਮਨ ਸ਼ਬਦ ਵਿੱਚ ਜੁੜਨ ਲੱਗੇਗਾ। ਸ਼ਬਦ ਵਿੱਚ ਜੁੜਨ ਲੱਗੇਗਾ ਤੇ ਮਨ ਧੁਪਣਾ ਸ਼ੁਰੂ ਹੋ ਜਾਏਗਾ। ਹਰਿ ਸਿਉ ਰਹੋ ਚਿੱਤ ਲਾਏ। ਉਸ ਸ਼ਬਦ ਰਾਹੀਂ ਵਾਹਿਗੁਰੂ ਜੀ ਦੇ ਵਿੱਚ ਚਿੱਤ ਜੋੜ ਕੇ ਰੱਖਣਾ, ਉਸ ਨੂੰ ਉਖੜਨ ਨਾ ਦੇਣਾ। ਉਖੜੇਗਾ, ਉਖੜਦਾ ਹੈ, ਲੇਕਿਨ ਫਿਰ ਜੋੜਨਾ। ਇਸ ਨੂੰ ਮੁਸ਼ੱਕਤ ਆਖਦੇ ਨੇ ਜੀ। ਘੰਟਾ ਭਰ ਬੈਠੇ ਰਹਿਣ ਨੂੰ ਕੋਈ ਮੁਸ਼ੱਕਤ ਨਹੀਂ ਆਖੀਦਾ। ਇਹ ਕੋਈ ਘਾਲਣਾ ਨਹੀਂ। ਇਹ ਤੇ ਪਸ਼ੂ ਵੀ ਬੈਠੇ ਰਹਿੰਦੇ ਨੇ ਕਈ ਘੰਟੇ, ਪੰਛੀ ਵੀ ਬੈਠੇ ਰਹਿੰਦੇ ਨੇ ਆਪਣੇ ਆਲਣੇ ਵਿੱਚ। ਉਹ ਤਕਰੀਬਨ 12 ਘੰਟੇ ਰਾਤ ਨੂੰ ਬੈਠ ਕੇ ਹੀ ਸੌਂਦੇ ਨੇ। ਉਹਨਾਂ ਦਾ ਕੋਈ ਬਿਸਤਰਾ ਨਹੀਂ ਵਿਛਿਆ ਹੁੰਦਾ। ਬੈਠਣਾ ਕੋਈ ਘਾਲਣਾ ਜਾਂ ਕੋਈ ਤਪੱਸਿਆ ਨਹੀਂ ਹੈ। ਮਨ ਨੂੰ ਟਿਕਾਣੇ ਤੇ ਲਿਆ ਕੇ, ਟਿਕਾ ਕੇ, ਬਿਠਾ ਕੇ ਰੱਖਣਾ, ਉਹ ਹੈ ਘਾਲਣਾ। ਹੋਵੇਗੀ ਉਹ ਬੈਠ ਕੇ ਹੀ। ਐਸਾ ਨਹੀਂ ਕਿ ਅਸੀਂ ਤੁਰੇ ਜਾਂਦੇ ਮਨ ਨੂੰ ਟਿਕਾ ਲਾਂਗੇ। ਹੋਵੇਗੀ ਬੈਠ ਕੇ ਹੀ, ਇਕਾਂਤ ਵਿੱਚ ਬੈਠ ਕੇ ਹੀ ਸ਼ੁਰੂਆਤ ਹੋਏਗੀ। ਲੇਕਿਨ ਉਹਦੇ ਵਿੱਚ ਅਸੀਂ ਬੈਠੇ ਬੈਠੇ ਮਨ ਦੇ ਨਾਲ ਕੁਸ਼ਤੀ ਲੜਦੇ ਰਹਿਣਾ ਹੈ। ਇਹਨੇ ਬਾਹਰ ਭੱਜਣ ਦੀ ਕੋਸ਼ਿਸ਼ ਕਰਨਾ ਹੈ। ਅਸੀਂ ਇਹਨੂੰ ਮੋੜ ਕੇ ਟਿਕਾਣੇ ਤੇ ਲਿਆਉਣਾ ਹੈ। ਉਹ ਟਿਕਾਣਾ ਹੈ ਸ਼ਬਦ। ਤੇ ਸ਼ਬਦ ਉਹ ਜਿਹੜਾ ਅੱਖਰਾਂ ਵਿੱਚ ਲਿਖਿਆ ਨਹੀਂ ਜਾਂਦਾ ਤੇ ਮੁਖ ਰਾਹੀਂ ਬੋਲਿਆ ਨਹੀਂ ਜਾਂਦਾ। ਉਹਦੇ ਵਿੱਚ ਰਹੋ ਚਿੱਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਸਤਿਗੁਰੂ ਆਖਦੇ ਨੇ ਕਿ ਕਿਤੇ ਇਹ ਨਾ ਸਮਝ ਲੈਣਾ ਕਿ ਮੈਂ ਬੈਠਾ ਰਿਹਾ 2 ਘੰਟੇ ਸਵੇਰੇ ਉੱਠ ਕੇ ਤੇ ਮੈਂ ਮਨ ਨੂੰ ਬਾਰ-ਬਾਰ ਮੋੜਨ ਦੀ ਬੜੀ ਮੁਸ਼ੱਕਤ ਘਾਲੀ ਏ, ਬੜੀ ਘਾਲਣਾ ਕੀਤੀ ਏ, ਬੜੀ ਮਿਹਨਤ ਕੀਤੀ ਏ। ਇਹ ਕਰਨ ਤੋਂ ਬਾਅਦ ਇਹ ਨਾ ਸੋਚਣਾ ਕਿ ਮੈਂ ਕੀਤਾ ਹੈ। ਗੁਰ ਪ੍ਰਸਾਦੀ ਸਹਿਜ ਉਪਜੈ। ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਗੁਰੂ ਦੀ ਕਿਰਪਾ ਦੁਆਰਾ ਹੀ ਆਨੰਦ ਨੇ ਅੰਦਰੋਂ ਪ੍ਰਗਟ ਹੋਣਾ ਹੈ। ਗੁਰ ਪ੍ਰਸਾਦੀ ਸਹਿਜ ਉਪਜੈ। ਗੁਰ ਪ੍ਰਸਾਦੀ ਦਾ ਮਤਲਬ ਹੈ ਗੁਰੂ ਦੀ ਕਿਰਪਾ ਦੁਆਰਾ। ਸਹਿਜ ਉਪਜੈ ਦਾ ਮਤਲਬ ਹੈ ਸਹਿਜ ਦਾ ਪ੍ਰਗਟ ਹੋਣਾ, ਆਨੰਦ ਦਾ ਪ੍ਰਗਟ ਹੋਣਾ। ਫਿਰ ਗੁਰੂ ਜੀ ਨੇ ਆਖਿਆ ਇਹ ਸਹਿਸਾ ਇਹ ਵਜਾਏ। ਇਹ ਜਿਹੜਾ ਅੰਦਰ ਤੌਖਲਾ ਸੀ ਬਣਿਆ ਹੋਇਆ ਪ੍ਰਭੂ ਦੇ ਮਿਲਾਪ ਵਾਲਾ, ਪਤਾ ਨਹੀਂ ਮਿਲਾਪ ਹੋਣਾ ਹੈ ਕਿ ਨਹੀਂ, ਪਤਾ ਨਹੀਂ ਮੇਰੀ ਘਾਲ, ਮੇਰੀ ਸੇਵਾ ਵਾਹਿਗੁਰੂ ਦੇ ਦਰ ਮਨਜ਼ੂਰ ਹੋਈ ਹੈ ਕਿ ਨਹੀਂ, ਪਤਾ ਨਹੀਂ ਮੈਂ ਗੁਰੂ ਨੂੰ ਚੰਗਾ ਲੱਗਦਾ ਹਾਂ ਕਿ ਨਹੀਂ।
ਇਹ ਸਹਿਸਾ ਏਮ ਜਾਏ। ਇਹ ਤੌਖਲਾ ਇਸ ਤਰ੍ਹਾਂ ਚਲਾ ਜਾਂਦਾ ਹੈ, ਖਤਮ ਹੋ ਜਾਂਦਾ ਜੇਕਰ ਅਸੀਂ ਗੁਰੂ ਸ਼ਬਦ ਵਿੱਚ ਆਪਣੇ ਮਨ ਨੂੰ ਜੋੜੀਏ ਤੇ ਮਨ ਨੂੰ ਗੁਰੂ ਸ਼ਬਦ ਵਿੱਚ ਜੁੜ ਕੇ ਸ਼ੁੱਧ ਤੇ ਸਾਫ਼ ਕਰ ਲਈਏ। ਅੱਗੇ ਗੁਰੂ ਮਹਾਰਾਜ ਨੇ ਇਸੇ ਬਾਣੀ ਵਿੱਚ ਸਾਡੀ ਰਸਨਾ ਨੂੰ ਕੋਈ ਉਪਦੇਸ਼ ਦਿੱਤਾ ਹੈ। ਰਸਨਾ ਮੈਨੇ ਜੀਭ। ਇਹ ਜਿਹੜੀ ਜੀਭ ਹੈ ਜੀ, ਸਾਡੇ ਗਿਆਨ ਇੰਦਰੀਆਂ ਵਿੱਚੋਂ ਇੱਕ ਗਿਆਨ ਇੰਦਰਾ ਹੈ। ਇਸ ਜੀਭ ਦਾ ਜੋ ਵਿਸ਼ਾ ਹੈ ਉਹ ਹੈ ਰਸ। ਇਸੇ ਲਈ ਇਸ ਨੂੰ ਰਸਨਾ ਆਖਦੇ ਨੇ। ਇਹ ਰਸ ਮਾਣਦੀ ਹੈ, ਜਾਂ ਇਹਦੇ ਰਾਹੀਂ ਸਾਡਾ ਮਨ ਜਿਹੜਾ ਰਸ ਮਹਿਸੂਸ ਕਰਦਾ ਹੈ, ਉਹਦੇ ਸੁੱਖ ਨੂੰ, ਉਹਦੇ ਆਰਾਮ ਨੂੰ ਮਹਿਸੂਸ ਕਰਦਾ ਹੈ ਸਾਡਾ ਮਨ ਰਸਨਾ ਦੁਆਰਾ। ਇਸ ਰਸਨਾ ਨੂੰ ਕੀ ਆਖਿਆ ਗੁਰੂ ਜੀ ਨੇ ਤੇ ਕਿਉਂ ਆਖਿਆ? ਗੁਰੂ ਜੀ ਕਹਿੰਦੇ ਨੇ, ਇਹ ਰਸਨਾ ਤੂੰ ਅਨ ਰਸ ਰਾਚ ਰਹੀ। ਅਨ ਰਸ ਦਾ ਮਤਲਬ ਹੈ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਛੱਡ ਕੇ ਤੂੰ ਹੋਰ ਪਦਾਰਥਾਂ ਦੇ ਰਸ ਵਿੱਚ ਲੱਗੀ ਹੋਈ ਹੈ। ਪਦਾਰਥਾਂ ਦੇ ਰਸ ਵੀ ਸਾਡੀ ਇਹ ਰਸਨਾ ਮਾਣਦੀ ਏ। ਇਹਦੇ ਨਾਲ ਨਾਲ ਇਹ ਨਿੰਦਿਆ ਚੁਗਲੀ ਦੇ ਰਸ ਨੂੰ ਵੀ ਮਾਣਦੀ ਏ। ਕਈ ਲੋਕ ਤੁਸੀਂ ਵੇਖਿਆ ਹੋਣਾ, ਲੋਕਾਂ ਨੂੰ ਕੀ ਆਖਣਾ ਜੇ ਆਪਾਂ ਆਪਣੇ ਆਪੇ ਵਾਲੀ ਵੇਖੀਏ ਤੇ ਇੱਕ ਸਮਾਂ ਸੀ ਪਿੱਛੇ ਬੀਤਿਆ ਹੋਇਆ, ਜਦੋਂ ਆ ਸੋਝੀ ਨਹੀਂ ਸੀ ਆਈ ਕਿ ਰਸਨਾ ਕਿਸ ਕੰਮ ਲਈ ਮਿਲੀ ਏ ਸਾਨੂੰ। ਉਦੋਂ ਆਪਾਂ ਵੀ ਤੇ ਸਾਰਾ ਦਿਨ ਨਿੰਦਿਆ ਚੁਗਲੀ ਵਿੱਚ ਹੀ ਗੁਜ਼ਾਰ ਦਿੰਦੇ ਸਾਂ, ਲੋਕਾਂ ਦੀਆਂ ਗੱਲਾਂ ਵਿੱਚ ਗੁਜ਼ਾਰ ਦਿੰਦੇ ਸਨ। ਭਾਵੇਂ ਕਿਸੇ ਦੀ ਨਿੰਦਿਆ ਨਾ ਹੀ ਕਰਦੇ ਹੋਈਏ, ਪਰ ਗੱਲਾਂ ਲੋਕਾਂ ਦੀਆਂ ਕਰਦੇ ਰਹਿਣਾ, ਉਹਦੇ ਬੱਚੇ ਬੜੇ ਚੰਗੇ ਨੇ, ਉਹਦਾ ਕਾਰੋਬਾਰ ਬੜਾ ਚੰਗਾ ਹੈ, ਉਹਨੇ ਉਹ ਕਮਾ ਲਿਆ, ਉਹਦਾ ਉਹ ਰਹਿ ਗਿਆ ਹੈ, ਬਸ ਇਹਨਾਂ ਗੱਲਾਂ ਵਿੱਚ ਹੀ ਸਾਰਾ ਦਿਨ ਨਿਕਲ ਜਾਂਦਾ। ਇਹ ਵੀ ਇੱਕ ਰਸ ਹੈ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਜਿੰਨਾ ਚਿਰ ਤੂੰ ਇਹਨਾਂ ਰਸਾਂ ਵਿੱਚ ਲੱਗੀ ਰਹੇਂਗੀ, ਪਦਾਰਥਾਂ ਦੇ ਰਸਾਂ ਵਿੱਚ, ਨਿੰਦਿਆ ਚੁਗਲੀ ਦੇ ਰਸਾਂ ਵਿੱਚ। ਕਈ ਵਾਰੀ ਕਈ ਲੋਕ ਬਹੁਤ ਨੇ ਜੀ, ਤੁਸੀਂ ਵੇਖਿਆ ਹੋਣਾ, ਉਹਨਾਂ ਨੂੰ ਕੁਝ ਇਹੋ ਜਿਹੇ ਗੀਤ ਨੇ ਜਿਹੜੇ ਕਾਮ ਕ੍ਰੋਧ ਨੂੰ ਉਕਸਾਹਟ ਦਿੰਦੇ ਨੇ। ਉਹੋ ਜਿਹੇ ਗੀਤ ਸਾਰਾ ਦਿਨ ਗਾਈ ਜਾਂਦੇ ਨੇ ਆਪਣੀ ਜਗ੍ਹਾ ਤੇ ਬੈਠੇ। ਜੇ ਲੋਕੀ ਸੁਣਦੇ ਹੋਣ ਤੇ ਉਹ ਮੂੰਹ ਤੋਂ ਚੁੱਪ ਕਰ ਜਾਂਦੇ ਨੇ, ਅੰਦਰ ਗੁਣਗੁਣਾਉਂਦੇ ਰਹਿੰਦੇ ਨੇ। ਇਹ ਸੱਚਾਈ ਹੈ ਜੀ, ਕਿਉਂਕਿ ਆਪਾਂ ਆਪ ਵੀ ਤੇ ਇਹੋ ਹੀ ਕੁਛ ਕਰਦੇ ਰਹੇ ਹਾਂ ਪਹਿਲਾਂ, ਇਸ ਲਈ ਪਤਾ ਹੈ ਨਾ ਇਹਨਾਂ ਗੱਲਾਂ ਦਾ। ਬਸ ਇਹੋ ਹੀ ਹਨ ਅਨ ਰਸ। ਜਿੰਨਾ ਚਿਰ ਇਹਨਾਂ ਅਨ ਰਸਾਂ ਵਿੱਚ ਲੱਗੀ ਹੋਈ ਹੈ, ਤੇਰੀ ਪਿਆਸ ਨਾ ਜਾਏ, ਓਨਾ ਚਿਰ ਤੂੰ ਤ੍ਰਿਪਤ ਨਹੀਂ ਹੋ ਸਕਦੀ, ਤੂੰ ਰੱਜ ਨਹੀਂ ਸਕਦੀ। ਪਿਆਸ ਨਾ ਜਾਏ ਹੋਰਤ ਕਿਤੈ, ਓਨਾ ਚਿਰ ਤੇਰੀ ਪਿਆਸ ਨਹੀਂ ਜਾਣੀ, ਜਿੰਨਾ ਚਿਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਤੈਨੂੰ ਵਾਹਿਗੁਰੂ ਜੀ ਦੇ ਨਾਮ ਦਾ ਰਸ ਨਹੀਂ ਆਉਂਦਾ, ਓਨਾ ਚਿਰ ਤੂੰ ਤ੍ਰਿਪਤ ਨਹੀਂ ਹੋ ਸਕਦੀ। ਤੁਸੀਂ ਬਹੁਤ ਮਹਾਂਪੁਰਸ਼ ਵੇਖੇ ਹੋਣੇ ਨੇ ਸੰਸਾਰ ਵਿੱਚ, ਜਿਹੜੇ ਸੱਚੇ ਮਹਾਂਪੁਰਸ਼ ਹੁੰਦੇ ਨੇ, ਉਹ ਬਹੁਤ ਘੱਟ ਖਾਂਦੇ ਨੇ ਤੇ ਬਹੁਤ ਘੱਟ ਬੋਲਦੇ ਨੇ। ਇੱਕ ਇਹੋ ਜਿਹੇ ਮਹਾਂਪੁਰਸ਼ ਵੀ ਹੁੰਦੇ ਨੇ ਜਿਹੜੇ ਲੋਕਾਂ ਵਿੱਚ ਤੇ ਵਿਖਾਵਾ ਕਰਦੇ ਨੇ ਕਿ ਉਹ ਬਹੁਤ ਘੱਟ ਖਾਂਦੇ ਨੇ, ਪਰ ਅੰਦਰ ਬਹਿ ਕੇ ਗੁਪਤੀ ਖਾਵੇ ਵਟਕਾ ਸਾਰੀ, ਪਿੰਨੀਆਂ ਬਣਾ ਕੇ ਅੰਦਰ ਬਹਿ ਕੇ ਖਾ ਲੈਂਦੇ ਨੇ। ਉਹਨਾਂ ਦੀ ਗੱਲ ਗੁਰੂ ਜੀ ਨਹੀਂ ਕਰਦੇ। ਗੁਰੂ ਜੀ ਗੱਲ ਕਰਦੇ ਨੇ ਸੱਚਿਆਂ ਮਹਾਂਪੁਰਸ਼ਾਂ ਦੀ। ਉਹਨਾਂ ਦੀ ਪਿਆਸ ਚਲੀ ਜਾਂਦੀ ਏ ਜਦੋਂ ਵਾਹਿਗੁਰੂ ਜੀ ਦੇ ਨਾਮ ਦਾ ਰਸ ਉਹਨਾਂ ਦੀ ਰਸਨਾ ਮਾਨਣ ਲੱਗ ਪੈਂਦੀ ਏ। ਫਿਰ ਉਹ ਘੱਟ ਖਾਣਾ ਸ਼ੁਰੂ ਕਰ ਦਿੰਦੇ ਨੇ, ਘੱਟ ਬੋਲਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਦੀ ਨੀਂਦ ਵੀ ਘੱਟ ਹੋ ਜਾਂਦੀ ਏ। ਇਹ ਤਿੰਨੇ ਚੀਜ਼ਾਂ ਘੱਟ ਹੋ ਜਾਂਦੀਆਂ ਨੇ। ਸੋ ਗੁਰੂ ਜੀ ਨੇ ਸਾਨੂੰ ਆਖਿਆ ਕਿ ਰਸਨਾ ਨੂੰ ਸੰਬੋਧਨ ਕਰਦਿਆਂ ਹੋਇਆਂ ਕਿ ਓਨਾ ਚਿਰ ਤੇਰੀ ਪਿਆਸ ਨਹੀਂ ਜਾਣੀ
ਜਿੰਨਾ ਚਿਰ ਤੂੰ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਪੱਲੇ ਨਹੀਂ ਪਾ ਲੈਂਦੀ, ਭਾਵ ਉਸ ਨੂੰ ਮਾਣਦੀ ਨਹੀਂ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਜੇ ਤੂੰ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਮਾਨਣ ਲੱਗ ਪਏ ਤੇ ਫਿਰ ਦੁਬਾਰਾ ਤੈਨੂੰ ਕਦੀ ਇਹ ਪਦਾਰਥਾਂ ਦੇ ਸਵਾਦ ਦੀ ਤ੍ਰਿਸ਼ਨਾ ਪੈਦਾ ਹੀ ਨਹੀਂ ਹੋਏਗੀ। ਇਹ ਰਸਨਾ ਨੂੰ ਸਿੱਖਿਆ ਦਿੱਤੀ ਤੇ ਆਪਾਂ ਸਿੱਖਿਆ ਲੈਣੀ ਹੈ। ਇਹ ਗੁਰੂ ਜੀ ਨੇ ਕੋਈ ਲਿਖ ਕੇ ਸੰਭਾਲੀ ਨਹੀਂ ਗੱਲ, ਸਗੋਂ ਸਾਨੂੰ ਆਖਿਆ ਸੀ ਇਸ ਨੂੰ ਪੜ੍ਹਨਾ ਤੇ ਦੂਜਿਆਂ ਤੱਕ ਪਹੁੰਚਾਉਣਾ, ਤਾਂ ਕਿ ਕੋਈ ਵੀ ਜਗਿਆਸੂ ਸੁਣੇ ਤੇ ਉਹ ਸਮਝ ਜਾਏ ਕਿ ਮੇਰੀ ਰਸਨਾ ਦਾ ਕਰਮ ਕੀ ਸੀ। ਮੇਰੀ ਰਸਨਾ ਦਾ ਕਰਮ ਸੀ ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰਨਾ। ਗੁਰੂ ਜੀ ਨੇ ਆਖਿਆ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਇਹੋ ਜੀ ਰਸਨਾ ਨੂੰ ਤੇ ਛੋਟੇ ਛੋਟੇ ਟੁਕੜੇ ਕਰਕੇ ਕੱਟ ਸੁੱਟਣਾ ਚਾਹੀਦਾ, ਜਿਹੜੀ ਨਾਮ ਨਹੀਂ ਜਪਦੀ। ਇਹਦਾ ਮਤਲਬ ਇਹ ਨਹੀਂ ਲੈਣਾ ਕਿ ਆਪਾਂ ਜੀਭ ਕੱਟ ਕੇ ਬਾਹਰ ਸੁੱਟ ਦੇਣੀ ਹੈ। ਮਤਲਬ ਇਹ ਆ ਕਿ ਸਾਨੂੰ ਹਰ ਹਾਲਤ ਵਿੱਚ ਜਪਣਾ ਚਾਹੀਦਾ। ਜਿਹੜੀ ਰਸਨਾ ਨਹੀਂ ਜਪਦੀ ਉਹ ਤੇ ਇਹੋ ਜੀ ਸਜ਼ਾ ਦੀ ਹੱਕਦਾਰ ਹੈ। ਸੋ ਅੱਜ ਤੋਂ ਜੀ ਆਪਾਂ ਯਤਨ ਕਰੀਏ। ਮੈਨੂੰ ਉਮੀਦ ਹੈ ਤੁਸੀਂ ਸਾਰੇ ਜਪਦੇ ਹੀ ਹੋਵੋਗੇ, ਤੇ ਜਿਹੜਾ ਕੋਈ ਭੈਣ ਭਰਾ ਬਈ ਨਹੀਂ ਜਪਦਾ, ਤੁਸੀਂ ਜ਼ਰੂਰ ਸ਼ੁਰੂ ਕਰਿਆ ਜੇ ਨਾਮ ਦਾ ਜਪ ਰਸਨਾ ਦੁਆਰਾ। ਅੱਗੇ ਗੁਰੂ ਮਹਾਰਾਜ ਨੇ ਇਸੇ ਬਾਣੀ ਵਿੱਚ ਸਾਨੂੰ ਸਰੀਰਕ ਤੌਰ ਤੇ ਕੋਈ ਸਿੱਖਿਆ ਦਿੱਤੀ ਹੈ। ਮੈਨੂੰ ਸੱਚੀ ਜਦੋਂ ਮੈਂ ਪੜ੍ਹ ਰਿਹਾ ਸਾਂ ਆਨੰਦ ਸਾਹਿਬ, ਇਸ ਤਰ੍ਹਾਂ ਲੱਗਦਾ ਸੀ ਕਿ ਕੋਈ ਇੱਕ ਵੀ ਪੌੜੀ ਨਹੀਂ ਛੱਡਣ ਵਾਲੀ, ਜਿਹੜੀ ਛੱਡ ਦਈਏ, ਜਿਹਨੂੰ ਨਾ ਵਿਚਾਰੀਏ ਤੇ ਵਿੱਚੋਂ ਵਿਚਾਰ ਲਈਏ। ਪਰ ਸਮਾਂ ਇਸ ਤਰ੍ਹਾਂ ਦਾ ਹੁੰਦਾ ਹੈ, ਉਹਨੂੰ ਧਿਆਨ 'ਚ ਰੱਖਦਿਆਂ ਉਸ ਸਮੇਂ ਦੇ ਵਿੱਚ ਹੀ ਸਾਨੂੰ ਰਹਿ ਕੇ ਗੱਲ ਕਰਨੀ ਬਣਦੀ ਹੈ। ਸਰੀਰ ਨੂੰ ਸੰਬੋਧਨ ਕਰਦਿਆਂ ਗੁਰੂ ਜੀ ਨੇ ਸਾਨੂੰ ਕੀ ਸਮਝਾਇਆ? ਇਹ ਜਿਹੜਾ ਸਾਡਾ ਸਰੀਰ ਹੈ, ਇਹ 5 ਤੱਤਾਂ ਦਾ ਬਣਿਆ ਹੋਇਆ ਹੈ। ਇਸ ਸਰੀਰ ਨੂੰ 5 ਗਿਆਨ ਤੇ 5 ਕਰਮ ਇੰਦਰੇ ਚਲਾਉਂਦੇ ਨੇ। ਇਸ ਦੇ ਅੰਦਰ ਇੱਕ ਅੰਤःਕਰਨ ਹੈ, ਜਿਹਦੇ 4 ਭਾਗ ਨੇ, ਮਨ, ਬੁੱਧ, ਚਿੱਤ ਤੇ ਅਹੰਕਾਰ। ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਛੋਟੇ ਇੱਕ ਇਹਦੇ ਅੰਦਰ ਹੈ ਆਤਮਾ, ਜੋ ਪਰਮਾਤਮਾ ਦਾ ਹਿੱਸਾ ਹੈ, ਉਹਦਾ ਇੱਕ ਭਾਗ ਹੈ, ਉਹਦੀ ਅੰਸ਼ ਹੈ, ਇਸ ਤਰ੍ਹਾਂ ਆਖ ਲਈਏ। ਸੋ ਸਾਡੇ ਸਰੀਰ ਨੂੰ ਕੀ ਕਰਨਾ ਚਾਹੀਦਾ ਹੈ? ਸਰੀਰ ਦੁਆਰਾ ਅਸੀਂ ਉਸ ਆਤਮ ਤੱਤ ਤੱਕ ਪਹੁੰਚਣਾ ਹੈ। ਭਾਵੇਂ ਆਤਮ ਤੱਤ ਤੱਕ ਸਰੀਰ ਦੁਆਰਾ ਨਹੀਂ ਪਹੁੰਚਿਆ ਜਾ ਸਕਦਾ, ਲੇਕਿਨ ਸਰੀਰ ਦੇ ਵਿੱਚ ਹੁੰਦਿਆਂ ਹੀ ਪਹੁੰਚਿਆ ਜਾ ਸਕਦਾ। ਇਸ ਲਈ ਸਰੀਰ ਦੀ ਪਹਿਲਾਂ ਜ਼ਰੂਰਤ ਹੈ। ਸਰੀਰ ਤੋਂ ਬਿਨਾ ਕੋਈ ਆਤਮ ਤੱਤ ਤੱਕ ਨਹੀਂ ਪਹੁੰਚ ਸਕਦਾ, ਉਹ ਵੀ ਮਾਨਵ ਸਰੀਰ ਤੋਂ ਬਿਨਾ। ਭਾਵੇਂ ਪਸ਼ੂਆਂ ਪੰਛੀਆਂ ਦੇ ਸਰੀਰ ਕਈ ਵਾਰੀ ਸਾਡੇ ਨਾਲੋਂ ਵਧੇਰੇ ਬਲਵਾਨ ਹੁੰਦੇ ਨੇ, ਲੇਕਿਨ ਉਹ ਆਤਮ ਤੱਤ ਤੱਕ ਨਹੀਂ ਪਹੁੰਚ ਸਕਦੇ। ਆਤਮ ਤੱਤ ਤੱਕ ਪਹੁੰਚਣ ਲਈ ਸਾਨੂੰ ਮਾਨਵ ਸਰੀਰ ਹੀ ਚਾਹੀਦਾ ਹੈ। ਬਾਣੀ ਵਿੱਚ ਭਗਤ ਬੇਣੀ ਜੀ ਨੇ ਲਿਖਿਆ ਸੀ, ਜਿਨ ਆਤਮ ਤੱਤ ਨਾ ਚੀਨਿਆ, ਸਭ ਫੋਕਟ ਧਰਮ ਅਬੀਨਿਆ। ਅਬੀਨਿਆ ਦਾ ਮਤਲਬ ਹੁੰਦਾ ਹੈ ਅੰਨਿਆਂ ਵਾਲੇ ਕਰਮ। ਜਿੰਨੇ ਅਸੀਂ ਕਰਮ ਕਰਦੇ ਹਾਂ, ਉਹ ਸਾਡੇ ਕਰਮ ਇਸ ਤਰ੍ਹਾਂ ਨੇ ਜਿਵੇਂ ਅਗਿਆਨੀਆਂ ਵਾਲੇ, ਮਤਲਬ ਅੰਨੇ ਅੱਖਾਂ ਤੋਂ ਅੰਨੇ ਨਹੀਂ, ਗਿਆਨ ਤੋਂ ਅੰਨੇ ਜਿਹੜੇ ਲੋਕ ਨੇ, ਉਹਨਾਂ ਦੀ ਗੱਲ ਹੈ ਉੱਥੇ। ਸਭ ਫੋਕਟ ਧਰਮ ਅਬੀਨਿਆ। ਅੰਨਿਆਂ ਵਾਲੇ ਕਰਮ, ਅਗਿਆਨੀਆਂ ਵਾਲੇ ਕਰਮ ਉਹ ਲੋਕ ਕਰਦੇ ਨੇ ਜਿਨ੍ਹਾਂ ਨੇ ਆਤਮ ਤੱਤ ਨੂੰ ਨਹੀਂ ਪਹਿਚਾਣਿਆ। ਸੋ ਆਤਮ ਤੱਤ ਨੂੰ ਪਹਿਚਾਨਣ ਲਈ ਕਰਨਾ ਕੀ ਏ? ਗੁਰੂ ਜੀ ਆਖਦੇ, ਏ ਸ਼ਰੀਰਾ ਮੇਰਿਆ, ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ। ਸਵਾਲ ਕੀਤਾ ਹੈ ਸਾਨੂੰ, ਤੇ ਸਾਡੇ ਸਰੀਰ ਨੂੰ ਧਿਆਨ ਵਿੱਚ ਰੱਖਦਿਆਂ ਵੀ ਐ ਮੇਰੇ ਸਰੀਰ, ਇਸ ਸੰਸਾਰ ਵਿੱਚ ਆ ਕੇ ਤੂੰ ਕੰਮ ਕੀ ਕੀਤਾ? ਕਿਹੜਾ ਕਰਮ ਕਮਾਇਆ ਤੂੰ? ਕਿ ਕਰਮ ਕਮਾਇਆ ਤੁਧ ਸ਼ਰੀਰਾ, ਜਾਂ ਤੂੰ ਜਗ ਮੈਂ ਆਇਆ
ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਹੁਣ ਇੱਥੋਂ ਸਪਸ਼ਟ ਹੈ ਕਿ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ, ਜਿਹੜਾ ਤੈਨੂੰ ਸਰੀਰ ਮਿਲਿਆ ਹੈ ਇਹ ਆਤਮ ਤੱਤ ਨੂੰ ਪਹਿਚਾਨਣ ਲਈ ਮਿਲਿਆ ਸੀ। ਜਿਹੜਾ ਕਿ ਤੂੰ ਇਹਨਾਂ ਰਸਾਂ ਕਸਾਂ ਵਿੱਚ ਲੱਗ ਕੇ, ਦੁਨਿਆਵੀ ਲੋਭ ਲਾਲਚ ਵਿੱਚ ਲੱਗ ਕੇ, ਕਾਮ ਕ੍ਰੋਧ ਦੀਆਂ ਭਾਵਨਾਵਾਂ ਵਿੱਚ ਲੱਗ ਕੇ ਤੂੰ ਆਤਮ ਤੱਤ ਨਾ ਚੀਨ ਸਕਿਓ। ਆਤਮ ਤੱਤ ਚੀਨਣ ਵਾਸਤੇ ਸਾਨੂੰ ਸੱਚਮੁੱਚ ਹੀ ਗੁਰੂ ਦੀ ਸਿੱਖਿਆ ਦੀ ਲੋੜ ਏ। ਆਪਾਂ ਬਹੁਤ ਵਾਰੀ ਐਸਾ ਹੀ ਸਮਝ ਲੈਂਦੇ ਹਾਂ ਜੀ, ਮੱਥਾ ਟੇਕ ਆਏ ਆ, ਇਹਦੇ ਨਾਲ ਕੋਈ ਆਤਮ ਤੱਤ ਨਹੀਂ ਜੇ ਲੱਭਣ ਵਾਲਾ ਮੱਥੇ ਟੇਕਣ ਨਾਲ। ਇਹ ਤੇ ਗੁਰੂ ਜੀ ਨੇ ਸਾਫ਼ ਲਿਖਿਆ ਵੀ, ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ, ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਲੇਕਿਨ ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਨੂੰ ਵੇਖਣ ਨਾਲ ਕੁਝ ਨਹੀਂ ਬਣਦਾ, ਗੁਰੂ ਦੇ ਚਰਨ ਸਪਰਸ਼ ਕਰਨ ਨਾਲ ਕੁਝ ਨਹੀਂ ਬਣਦਾ, ਗੁਰੂ ਨੂੰ ਹੱਥੀਂ ਸੇਵਾ ਉਹਦੀ ਕਰ ਲਈਏ ਕੁਝ ਨਹੀਂ ਬਣਦਾ, ਭਾਵੇਂ ਉਹ ਕਰਮ ਚੰਗੇ ਨੇ, ਮਾੜੇ ਨਹੀਂ ਹਨ। ਲੇਕਿਨ ਆਤਮ ਤੱਤ ਨੂੰ ਚੀਨਣ ਵਿੱਚ ਇਹ ਕਰਮ ਸਹਾਈ ਨਹੀਂ ਹੋ ਸਕਦੇ। ਜਿਚਰ ਸ਼ਬਦ ਨਾ ਕਰੇ ਵਿਚਾਰ, ਜੋ ਗੁਰੂ ਨੇ ਬਚਨ ਬੋਲਿਆ, ਜਿੰਨਾ ਚਿਰ ਉਸ ਦੀ ਵਿਚਾਰ ਜਗਿਆਸੂ ਨਹੀਂ ਕਰਦਾ, ਉਹਨਾਂ ਚਿਰ ਆਤਮ ਤੱਤ ਤੱਕ ਨਹੀਂ ਪਹੁੰਚ ਪਾਏਗਾ। ਕਿ ਕਰਮ ਕਮਾਇਆ ਤੁਧ ਸ਼ਰੀਰਾ ਜਾਤੂ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਉਸ ਵਾਹਿਗੁਰੂ ਜੀ ਨੂੰ ਜੋ ਤੱਤ ਸਵਰੂਪ ਹੈ, ਉਸ ਨੂੰ ਤੂੰ ਮਨ ਵਿੱਚ ਵਸਾਇਆ ਹੀ ਨਹੀਂ, ਤੇ ਤੂੰ ਕੀਤਾ ਕੀ ਜ਼ਿੰਦਗੀ ਵਿੱਚ ਆ ਕੇ ਐਵੇਂ 100 ਵਰੇ ਨੰਗਾਲੇ ਜਾਂ ਜਿੰਨੇ ਵੀ। ਸੋ ਅਸੀਂ ਸਮਾਂ ਨਹੀਂ ਜੀ ਬਰਬਾਦ ਕਰਨਾ, ਅਸੀਂ ਆਤਮ ਤੱਤ ਨੂੰ ਚੀਨਣ ਦਾ ਯਤਨ ਕਰਨਾ ਹੈ। ਤੇ ਕੇਵਲ ਯਤਨ ਆਪਣੇ ਬਲਬੋਤੇ ਤੇ ਆਪਣੀ ਬੁੱਧੀ ਦੁਆਰਾ ਨਹੀਂ ਹੋਣਾ, ਉਹ ਯਤਨ ਗੁਰੂ ਦੀ ਸਿੱਖਿਆ ਨੂੰ ਪਾ ਕੇ ਕਰਨਾ ਹੈ। ਅੱਗੇ ਬਚਨ ਆਖੇ ਨੇ ਸਤਿਗੁਰੂ ਜੀ ਨੇ ਸਾਡੇ ਨੇਤਰਾਂ ਨੂੰ, ਸਾਡੀਆਂ ਅੱਖਾਂ ਨੂੰ। ਇਹ ਜਿਹੜੀਆਂ ਅੱਖਾਂ ਨੇ ਇਹ ਵੀ ਉਹਨਾਂ 5 ਗਿਆਨ ਇੰਦਰੀਆਂ ਵਿੱਚੋਂ ਇੱਕ ਇੰਦਰਾ ਹੈ ਗਿਆਨ ਦਾ। ਇਹਦਾ ਵਿਸ਼ਾ ਹੈ ਰੂਪ, ਭਾਵ ਇਹਨੇ ਵੇਖਣ ਦਾ ਕੰਮ ਕਰਨਾ ਹੈ। ਇਹ ਕੀ ਵੇਖਦੇ ਨੇ? ਚੰਗੇ ਰੂਪ ਨੂੰ ਵੇਖ ਕੇ ਸਾਡਾ ਮਨ ਇਹਨਾਂ ਨੇਤਰਾਂ ਦੁਆਰਾ ਚੰਗੇ ਰੂਪ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ, ਤੇ ਕੁਰੂਪ ਨੂੰ ਵੇਖ ਕੇ ਸਾਡਾ ਮਨ ਸਾਡੀਆਂ ਅੱਖਾਂ ਨੂੰ ਦੂਜੇ ਪਾਸੇ ਨੂੰ ਭਵਾ ਦਿੰਦਾ ਹੈ, ਉਹਦੇ ਵੱਲ ਵੇਖਣ ਦੀ ਹਿੰਮਤ ਨਹੀਂ ਕਰਦਾ। ਜਦੋਂ ਕਿ ਰੂਪ ਤਾਂ ਹੀ ਰੂਪ ਹੈ ਜੇ ਉਹਦੇ ਸਾਹਮਣੇ ਕੁਰੂਪ ਹੈ। ਜੇ ਕੁਰੂਪਤਾ ਨਾ ਹੋਵੇ ਤੇ ਰੂਪ ਕਦੇ ਰੂਪ ਨਹੀਂ ਹੋ ਸਕਦਾ। ਇਹ ਸੋਹਣਾ ਰੂਪ ਹੁੰਦਾ ਹੀ ਤਾਂ ਹੈ ਜੇ ਇਹਦੇ ਸਾਹਮਣੇ ਕੁਰੂਪਤਾ ਹੋਵੇਗੀ। ਸਾਡੀਆਂ ਅੱਖਾਂ ਕੁਰੂਪਤਾ ਨੂੰ ਨਹੀਂ ਵੇਖਣ ਦੀਆਂ ਆਦੀ, ਰੂਪ ਨੂੰ ਵੇਖਦੀਆਂ ਨੇ। ਜਾਂ ਇਸ ਤਰ੍ਹਾਂ ਆਖੀਏ, ਮਨ ਸਾਡਾ ਇਹਨਾਂ ਅੱਖਾਂ ਰਾਹੀਂ ਕੁਰੂਪਤਾ ਨੂੰ ਵੇਖਣ ਦਾ ਆਦੀ ਨਹੀਂ, ਇਹਦਾ ਸੁਭਾਅ ਨਹੀਂ। ਇਹ ਰੂਪ ਨੂੰ ਵੇਖਣ ਦਾ ਸੁਭਾਅ ਇਹਨੇ ਬਣਾ ਲਿਆ ਹੋਇਆ। ਸੋ ਅਸੀਂ ਇਸ ਸੁਭਾਅ ਨੂੰ ਤਬਦੀਲ ਕਰਨਾ ਜੀ। ਗੁਰੂ ਅਮਰਦਾਸ ਮਹਾਰਾਜ ਆਖਦੇ ਨੇ, ਜਦੋਂ ਤੂੰ ਇਹਨਾਂ ਨੇਤਰਾਂ ਦੇ ਨਾਲ ਇਸ ਸੰਸਾਰ ਨੂੰ ਵੇਖੇ ਤੇ ਤੈਨੂੰ ਦੋਵੇਂ ਤਰ੍ਹਾਂ ਦੇ ਜਿਹੜੇ ਸੀਨ ਹਨ ਉਹ ਇੱਕੋ ਜਿਹੇ ਨਜ਼ਰ ਆਉਣੇ ਚਾਹੀਦੇ ਨੇ। ਕੁਰੂਪਤਾ ਵਿੱਚ ਵੀ ਪਰਮਾਤਮਾ ਹੈ ਤੇ ਰੂਪ ਵਿੱਚ ਵੀ ਪਰਮਾਤਮਾ ਹੈ। ਜੇ ਅਸੀਂ ਮਹਿਸੂਸ ਕਰੀਏ ਕਿ ਫੁੱਲ ਵਿੱਚ ਪਰਮਾਤਮਾ ਹੈ ਤੇ ਕੰਡੇ ਵਿੱਚ ਨਹੀਂ, ਅਸੀਂ ਗਲਤੀ ਤੇ ਹੋਵਾਂਗੇ। ਔਰ ਉਹਨਾਂ ਦੋਹਾਂ ਚੀਜ਼ਾਂ ਦੀ, ਫੁੱਲ ਦੀ ਤੇ ਕੰਡੇ ਦੀ, ਆਪੋ ਆਪਣੀ ਇੱਕ ਮਹੱਤਤਾ ਹੈ। ਇਹ ਨਹੀਂ ਕਿ ਫੁੱਲ ਹੀ ਖੁਸ਼ਬੂ ਦਿੰਦਾ ਤੇ ਬਸ ਉਹ ਹੀ ਬੜਾ ਮਹਾਨ ਹੈ ਤੇ ਕੰਡਾ ਨਹੀਂ। ਐਸਾ ਬਿਲਕੁਲ ਨਹੀਂ। ਕੰਡੇ ਦੀ ਆਪਣੀ ਮਹਾਨਤਾ ਹੈ। ਸ਼ਾਇਦ ਵਾਹਿਗੁਰੂ ਜੀ ਨੇ ਕੰਡੇ ਇਸ ਲਈ ਪੈਦਾ ਕੀਤੇ, ਉਸ ਦੀ ਰਖਵਾਲੀ ਵਾਸਤੇ। ਸੋ ਇਹ ਚੀਜ਼ਾਂ ਜੀ ਸਮਝਣੀਆਂ ਨੇ ਆਪਾਂ ਗੁਰਬਾਣੀ ਵਿੱਚੋਂ। ਗੁਰੂ ਸਾਹਿਬ ਨੇ ਆਖਿਆ, ਇਹ ਨੇਤਰੋ ਮੇਰਿਓ ਹਰ
ਤੁਮ ਮਹਿ ਜੋਤ ਤਰੀ। ਇੱਕ ਮਹਾਂਪੁਰਸ਼ ਜੀ ਉਹ ਕਹਿ ਰਹੇ ਸੀ ਕਿ ਸਾਡਾ ਮਨ ਜਿਹੜਾ ਹੈ ਉਹ ਜ਼ਿਆਦਾਤਰ ਅੱਖਾਂ ਵਿੱਚ ਰਹਿੰਦਾ ਹੈ। ਔਰ ਇਹ ਗੱਲ ਮੈਨੂੰ ਸਹੀ ਜਾਪੀ ਏ। ਸਾਇੰਸਦਾਨ ਇਹ ਗੱਲ ਕਹਿੰਦੇ ਨੇ, ਵਿਗਿਆਨੀ ਲੋਕ ਇਹ ਗੱਲ ਕਹਿੰਦੇ ਨੇ ਕਿ ਅਸੀਂ ਜਿਹੜਾ ਗਿਆਨ ਹਾਸਲ ਕਰਦੇ ਹਾਂ ਨਾ, ਜਿੰਨਾ ਵੀ ਬਹੁ ਮਾਤਰਾ ਵਿੱਚ ਅਸੀਂ ਅੱਖਾਂ ਦੁਆਰਾ ਕਰਦੇ ਹਾਂ। ਹੁਣ ਅਸੀਂ ਸੁਣ ਕੇ ਗਿਆਨ ਹਾਸਲ ਕਰਦੇ ਹਾਂ, ਲੇਕਿਨ 24 ਘੰਟਿਆਂ ਵਿੱਚ ਅਸੀਂ ਵੇਖ ਕੇ ਜ਼ਿਆਦਾ ਗਿਆਨ ਹਾਸਲ ਕਰਦੇ ਹਾਂ। ਸਾਡੀਆਂ ਅੱਖਾਂ ਦੁਆਰਾ ਜਿੰਨਾ ਗਿਆਨ ਸਾਡੇ ਅੰਦਰ ਆਉਂਦਾ ਉਹ ਚੰਗਾ ਹੋਵੇ ਜਾਂ ਮਾੜਾ ਹੋਵੇ, ਅੱਖਾਂ ਰਾਹੀਂ ਅਸੀਂ ਵਧੇਰੇ ਗਿਆਨ ਇਕੱਠਾ ਕਰਦੇ ਹਾਂ। ਇਸੇ ਲਈ ਸ਼ਾਇਦ ਮਹਾਂਪੁਰਸ਼ ਜਿਹੜੇ ਹੁੰਦੇ ਨੇ ਉਹ ਅੱਖਾਂ ਜ਼ਿਆਦਾ ਖੋਲ੍ਹਦੇ ਨਹੀਂ ਹਨ। ਅਸੀਂ ਕਈ ਵਾਰੀ ਨਾ ਸਾਡੇ ਲੋਕ ਅਣਜਾਣੇ ਵਿੱਚ ਉਹਨਾਂ ਨੂੰ ਮਜ਼ਾਕ ਕਰਕੇ ਲੰਘਦੇ ਨੇ, ਵੱਡਾ ਬਾਬਾ ਬਣਿਆ ਅੱਖਾਂ ਮੀਟ ਕੇ ਬੈਠਾ ਹੈ। ਇਹ ਨਹੀਂ ਮਤਲਬ ਹੁੰਦਾ ਉਹਨਾਂ ਦਾ ਅੱਖਾਂ ਮੀਟਣ ਦਾ ਕਿ ਲੋਕੀ ਮੈਨੂੰ ਬਾਬਾ ਆਖਣ, ਇਹ ਨਹੀਂ ਹੁੰਦਾ। ਜਿਹੜੇ ਸੱਚੇ ਮਹਾਂਪੁਰਸ਼ ਹੁੰਦੇ ਨੇ, ਮੈਂ ਉਹਨਾਂ ਦੀ ਗੱਲ ਕਰਦਾ। ਪਖੰਡੀ ਬਹੁਤ ਹੁੰਦੇ ਨੇ, ਉਹ ਅੱਖਾਂ ਮੀਟਦੇ ਨੇ ਲੋਕਾਂ ਨੂੰ ਵਿਖਾਉਣ ਵਾਸਤੇ, ਆਪਾਂ ਉਹਨਾਂ ਦੀ ਗੱਲ ਹੀ ਨਹੀਂ ਕਰਦੇ। ਜਿਹੜੇ ਸੱਚੇ ਮਹਾਂਪੁਰਸ਼ ਹੁੰਦੇ ਨੇ ਅੱਖਾਂ ਕਿਉਂ ਬੰਦ ਕਰਦੇ ਨੇ ਕਿ ਇਹ ਜਿਹੜਾ ਦੁਨੀਆ ਦਾ ਕੂੜ ਕਬਾੜ ਹੈ ਉਹ ਅੰਦਰ ਨਾ ਜਾਵੇ ਤੇ ਮਨ ਬਹੁਤਾ ਮੈਲਾ ਨਾ ਹੋਵੇ। ਮਨ ਮੈਲਾ ਕਿਉਂ ਹੈ? ਇਸੇ ਕਰਕੇ ਹੀ ਮੈਲਾ ਕਿ ਇਹਨਾਂ ਅੱਖਾਂ ਰਾਹੀਂ, ਕੰਨਾਂ ਰਾਹੀਂ, ਯਾਨੀ ਪੰਜਾਂ ਹੀ ਗਿਆਨ ਇੰਦਰੀਆਂ ਰਾਹੀਂ ਅਸੀਂ ਇਹ ਸੰਸਾਰਿਕ ਮੈਲ ਨੂੰ ਅੰਦਰ ਭਰ ਲਿਆ ਹੋਇਆ ਹੈ। ਉਹ ਇਸ ਕਰਕੇ ਅੱਖਾਂ ਜੀ ਘੱਟ ਖੋਲ੍ਹਦੇ ਨੇ ਕਿ ਜਿੰਨਾ ਗਿਆਨ ਘੱਟ ਅੰਦਰ ਜਾਏ ਓਨਾ ਹੀ ਚੰਗਾ ਹੈ। ਮਨ ਸਾਫ਼ ਰਹਿੰਦਾ, ਸ਼ੁੱਧ ਰਹਿੰਦਾ ਹੈ। ਮਨ ਦੇ ਵਿੱਚ ਜਿਵੇਂ ਸਾਗਰ ਨਹੀਂ, ਤੁਸੀਂ ਬੀਚ 'ਤੇ ਜਾਂਦੇ ਹੋ ਕਈ ਵਾਰੀ, ਜਦੋਂ ਵਾਤਾਵਰਨ ਬੜਾ ਸ਼ਾਂਤ ਹੋਵੇ, ਪਾਣੀ ਐਨ ਟਿਕਾ ਵਿੱਚ ਹੁੰਦਾ ਹੈ, ਰੱਤੀ ਭਰ ਨਹੀਂ ਹਿੱਲ ਰਿਹਾ ਹੁੰਦਾ। ਜੇ ਵਾਤਾਵਰਨ ਵਿੱਚ ਉੱਤੇ ਹਲਚਲ ਮੱਚੀ ਹੋਵੇ, ਉਹਦੇ ਵਿੱਚ ਵੀ ਫਿਰ ਏਡੀਆਂ ਏਡੀਆਂ ਉੱਚੀਆਂ ਨੀਵੀਆਂ ਲਹਿਰਾਂ ਉੱਠਦੀਆਂ ਨੇ। ਬਸ ਇਹੋ ਹੀ ਹਾਲਤ ਸਾਡੇ ਮਨ ਦੀ ਹੈ। ਜੇ ਉਤਲਾ ਵਾਤਾਵਰਨ ਨਹੀਂ ਠੀਕ ਤੇ ਮਨ ਵਿੱਚ ਵਿਕਾਰਾਂ ਦੀਆਂ ਤਰੰਗਾਂ ਵੱਡੀਆਂ ਵੱਡੀਆਂ ਉੱਠਣਗੀਆਂ। ਜੇ ਕਿਤੇ ਸਾਡਾ ਇਹ ਉਤਲਾ ਵਾਤਾਵਰਨ ਕੰਟਰੋਲ ਵਿੱਚ ਹੋ ਜਾਏ, ਅਸੀਂ ਕੰਨਾਂ ਨਾਲ ਸਿਰਫ ਉਹੀ ਗੱਲ ਸੁਣੀਏ ਜਿਹੜੀ ਬੜੀ ਜ਼ਰੂਰੀ ਏ, ਵਾਧੂ ਨਾ ਸੁਣੀਏ। ਅੱਖਾਂ ਨਾਲ ਉਹੀ ਦ੍ਰਿਸ਼ ਵੇਖੀਏ ਜਿਹੜਾ ਵੇਖਣ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ। ਇਸੇ ਤਰ੍ਹਾਂ ਬਾਕੀ ਸਾਰੇ ਪੰਜਾਂ ਗਿਆਨ ਇੰਦਰੀਆਂ ਦੇ ਨਾਲ ਅਸੀਂ ਸਿਰਫ ਇਹਨਾਂ ਦੀ ਉੱਥੇ ਵਰਤੋਂ ਕਰੀਏ ਜਿਹੜੀ ਚੀਜ਼ ਤੋਂ ਬਿਨਾਂ ਸਾਡਾ ਸੱਚੀ ਮੁੱਚੀ ਨਹੀਂ ਸਰਦਾ। ਫਿਰ ਅੰਦਰ ਮਨ ਦੀ ਸਥਿਤੀ ਬਣੀ ਰਹੇਗੀ, ਮਨ ਟਿਕਾ ਵਿੱਚ ਰਹੇਗਾ ਜੇ ਬਾਹਰਲਾ ਵਾਤਾਵਰਨ ਸਾਡਾ ਟਿਕਾ ਵਿੱਚ ਹੋਇਆ ਤੇ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਕੀ ਕਰੋ ਹਰ ਬਿਨ ਅਵਰ ਨਾ ਦੇਖੋ ਕੋਈ। ਲੋ ਇੱਥੇ ਗੱਲ ਹੀ ਨਿਬੜ ਜਾਂਦੀ ਏ ਕਿ ਤੁਸੀਂ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਵੇਖੋ। ਇਹਦਾ ਮਤਲਬ ਇਹ ਥੋੜ੍ਹੀ ਕਿ ਅਸੀਂ ਹੁਣ ਕਿਸੇ ਵੱਲ ਵੇਖਾਂਗੇ ਹੀ ਨਹੀਂ, ਸਗੋਂ ਇਹਦਾ ਮਤਲਬ ਇਹ ਹੈ ਕਿ ਹਰ ਇੱਕ ਵਿੱਚੋਂ ਵਾਹਿਗੁਰੂ ਜੀ ਨੂੰ ਵੇਖੋ। ਕਰੂਪਤਾ ਵੱਲ ਤੁਹਾਡੀ ਨਿਗਾਹ ਗਈ ਹੈ ਤੇ ਉਹਦੇ ਵਿੱਚ ਵੀ ਪਰਮਾਤਮਾ ਦੀ ਅੰਸ਼ ਹੈ, ਰੂਪ ਵੱਲ ਨਿਗਾਹ ਗਈ ਹੈ ਤੇ ਉਹਦੇ ਵਿੱਚ ਵੀ ਵਾਹਿਗੁਰੂ ਜੀ ਦੀ ਅੰਸ਼ ਹੈ। ਤੁਸੀਂ ਉਸ ਨੂੰ ਵੇਖਣਾ ਹੈ। ਤੁਸੀਂ ਰੂਪ ਤੇ ਕਰੂਪ ਦੀ ਪਰਖ ਨਹੀਂ ਕਰਨੀ, ਤੁਸੀਂ ਉਸ ਨੂੰ ਵੇਖਣਾ ਹੈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ। ਇਹ ਜੀ ਹਰੀ ਦਾ ਰੂਪ ਜੇ ਵਾਹਿਗੁਰੂ ਜੀ ਦਾ ਰੂਪ ਹੈ। ਤੁਸੀਂ ਇਸ ਨੂੰ ਇਸ ਢੰਗ ਨਾਲ ਵੇਖਣਾ ਅੱਜ ਤੋਂ ਬਾਅਦ ਆਪਾਂ ਸਾਰਿਆਂ ਨੇ। ਅੱਗੇ ਸਾਡੇ ਕੰਨਾਂ ਦੀ ਗੱਲ ਆਈ ਹੈ। ਇਹ ਕੰਨ ਵੀ ਸਾਡੇ ਇੱਕ ਗਿਆਨ ਇੰਦਰਾ ਨੇ ਤੇ ਇਹਨਾਂ ਦਾ ਜਿਹੜਾ ਵਿਸ਼ਾ ਹੈ ਉਹ ਸ਼ਬਦ ਹੈ, ਭਾਵ ਸੁਣਨਾ। ਇਹਨਾਂ ਨੂੰ ਗੁਰੂ ਜੀ ਨੇ ਕੀ ਆਖਿਆ ਹੈ? ਸ਼ਰਵਨੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ। ਤੁਸੀਂ ਨਿੰਦਿਆ ਚੁਗਲੀ ਸੁਣਨ ਲਈ ਨਹੀਂ ਕੰਨਾਂ ਸਰੀਰ ਨਾਲ ਲਾਏ ਗਏ, ਤੁਸੀਂ ਸੱਚ ਸੁਣਨ ਲਈ ਲਾਏ ਗਏ ਹੋ। ਸੱਚ ਗੁਰੂਆਂ ਮਹਾਂਪੁਰਸ਼ਾਂ ਦੀ ਬਾਣੀ ਤੇ ਹੋਰ ਵੀ ਸੱਚ ਬਹੁਤ ਹੈ ਸੰਸਾਰ ਵਿੱਚ, ਸਾਰਾ ਝੂਠ ਹੀ ਤੇ ਨਹੀਂ ਨਾ ਹੈਗਾ। ਸੱਚ ਨੂੰ ਸੁਣਨਾ, ਸੱਚੇ ਸੁਣਨੇ ਨੂੰ ਪਠਾਏ। ਪਠਾਏ ਦਾ ਮਤਲਬ ਹੈ ਭੇਜੇ ਗਏ।
ਤੁਸੀਂ ਸਰੀਰ ਨਾਲ ਲਾ ਕੇ ਦੁਨੀਆ ਵਿੱਚ ਇਸ ਲਈ ਭੇਜੇ ਗਏ ਹੋ ਕਿ ਤੁਸੀਂ ਸੱਚ ਨੂੰ ਸੁਣ ਸਕੋ। ਤੇ ਜਦੋਂ ਅਸੀਂ ਕੰਨਾਂ ਦੁਆਰਾ ਸੱਚ ਸੁਣਾਂਗੇ, ਉਸ ਦਾ ਪ੍ਰਭਾਵ ਸਾਡੇ ਮਨ ਤੇ ਹੋਏਗਾ। ਮਨ ਜਦੋਂ ਨਿਰਮਲ ਹੋਏਗਾ ਤੇ ਸਾਡੀ ਆਤਮਾ ਦਾ ਜਿਹੜਾ ਅਕਸ਼ ਏ ਉਹ ਸਾਨੂੰ ਸਾਫ਼ ਨਜ਼ਰ ਆਉਣ ਲੱਗ ਪਏਗਾ ਇਸ ਮਨ ਦੇ ਸ਼ੀਸ਼ੇ ਵਿੱਚੋਂ। ਸੋ ਜੀ ਅੱਜ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਬੜੇ ਪਿਆਰ ਦੇ ਨਾਲ ਸਾਡੇ ਸਰੀਰ ਨੂੰ ਸੰਬੋਧਨ ਕਰਕੇ, ਸਾਡੇ ਗਿਆਨ ਇੰਦਰੀਆਂ ਨੂੰ ਸੰਬੋਧਨ ਕਰਕੇ ਇਹ ਗੱਲ ਬੜੇ ਪਿਆਰ ਨਾਲ ਸਮਝਾਈਏ ਕਿ ਤੁਹਾਡਾ ਸੰਸਾਰ ਵਿੱਚ ਆਖਰ ਆਉਣ ਦਾ ਮਕਸਦ ਕੀ ਹੈ। ਸੋ ਆਪਾਂ ਉਸ ਮਕਸਦ ਨੂੰ ਪੂਰਿਆਂ ਕਰਨਾ ਹੈ ਤੇ ਮਕਸਦ ਕੇਵਲ ਤੇ ਕੇਵਲ ਗੁਰੂ ਦੀ ਸਿੱਖਿਆ ਤੇ ਤੁਰ ਕੇ ਹੀ ਪੂਰਾ ਹੋ ਸਕਦਾ ਹੈ। ਸਾਡੀ ਜ਼ਿੰਦਗੀ ਦਾ ਹਰਗਿਜ਼ ਇਹ ਮਕਸਦ ਨਹੀਂ ਕਿ ਅਸੀਂ ਦੁਨਿਆਵੀ ਤੌਰ ਤੇ ਬਹੁਤ ਵੱਡੇ ਬਣਨਾ ਹੈ। ਵੱਡੇ ਵੀ ਜਦੋਂ ਸੰਸਾਰ ਛੱਡ ਕੇ ਜਾਂਦੇ ਨੇ ਖਾਲੀ ਹੱਥੀ ਜਾਂਦੇ ਵੇਖੇ ਹੋਣਗੇ ਤੁਸੀਂ, ਕੋਈ ਕੁਛ ਵੀ ਨਾਲ ਨਹੀਂ ਲਿਜਾਂਦਾ ਵੇਖਿਆ ਹੋਏਗਾ। ਠੀਕ ਹੈ, ਧਨ ਪਦਾਰਥ ਸਾਨੂੰ ਚਾਹੀਦਾ ਹੈ, ਪਰ ਧਰਮ ਦੀ ਕਿਰਤ ਕਰਨੀ, ਪਿਆਰ ਨਾਲ ਕਰਨੀ, ਉਹਦੇ ਵਿੱਚ ਸਬਰ ਸੰਤੋਖ ਨਾਲ ਰਹਿਣਾ, ਕਿਸੇ ਲੋੜਵੰਦ ਦੀ ਸਹਾਇਤਾ ਕਰਨੀ, ਇਹ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਸਮਝਾਇਆ ਹੈ। ਇਸ ਤਰ੍ਹਾਂ ਕਰਦਿਆਂ ਕਰਦਿਆਂ ਅਸੀਂ ਆਪਣੇ ਮਕਸਦ ਨੂੰ ਪੂਰਿਆਂ ਕਰ ਸਕਦੇ ਹਾਂ। ਤੁਸੀਂ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਬੈਠ ਕੇ ਗੁਰੂ ਮਹਾਰਾਜ ਦੀ ਬਾਣੀ ਦੇ ਵਿਚਾਰ ਸ਼ਰਵਣ ਕੀਤੇ ਨੇ। ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਐਤਵਾਰ ਨੂੰ ਆਪਾਂ ਸੱਧ ਬਾਣੀ, ਸੱਧ ਹੈ ਬੁਲਾਵਾ, ਉਹ ਸਾਨੂੰ ਸਾਰਿਆਂ ਨੂੰ ਵੀ ਆਉਣਾ ਹੈ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਦੋਂ ਬੁਲਾਵਾ ਆਇਆ ਸੀ ਕਿ ਹੁਣ ਤੁਸੀਂ ਇਸ ਸੰਸਾਰ ਨੂੰ ਛੱਡ ਕੇ ਅੱਗੇ ਚੱਲਣਾ ਹੈ, ਤੇ ਉਹਦੇ ਵਿੱਚ ਉਹਨਾਂ ਨੇ ਆਪਣੇ ਕੁਝ ਨਿੱਜੀ ਬਚਨ ਲਿਖੇ ਹੋਏ ਨੇ। ਅਗਲੇ ਐਤਵਾਰ ਨੂੰ ਆਪਾਂ ਬਾਣੀ ਸੱਧ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਪਾਸੋਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।